ਜੇ ਕਈ ਵਾਰੀ ਪੇਸ਼ੈਂਟ ਆ ਕੇ ਸਾਨੂੰ ਕਹਿੰਦੇ ਨਾ ਮੈਨੂੰ ਇਹ ਹੋ ਗਿਆ, ਮੈਂ ਕਹਿੰਦੀ ਤੂੰ ਬਿਮਾਰ ਨਹੀਂ ਹੈਗੀ, ਤੂੰ ਪ੍ਰੈਗਨੈਂਟ ਹੈ, ਤੂੰ ਬਿਲਕੁਲ ਠੀਕ ਹੈ। ਇਹ ਤੇਰਾ ਇੱਕ ਸਟੇਟ ਆਫ ਮਾਈਂਡ ਨੂੰ ਆਪਣਾ ਠੀਕ ਕਰੋ, ਸਟ੍ਰੈਸ ਨਾ ਲਓ। ਹਸਬੈਂਡ ਨੂੰ ਡਿਊਟੀ ਲੈ ਲੈਣੀ ਚਾਹੀਦੀ ਹੈ ਜਾਗਣ ਦੀ। ਉਹ ਬੇਬੀ ਨੂੰ ਚੁੱਕ ਕੇ ਸੰਭਾਲੇ ਰਾਤ ਨੂੰ ਕਿ ਮਦਰ ਨੂੰ ਸੌਣ ਨੂੰ ਮਿਲ ਜਾਏ, ਕਿਉਂਕਿ ਬੱਚਾ ਜਦੋਂ ਮਦਰ ਦੀ ਸਮੈਲ ਲਏਗਾ, ਦੁੱਧ ਦੀ ਉਹਨੂੰ ਸਮੈਲ ਆਏਗੀ, ਉਹਨੇ ਬਾਰ-ਬਾਰ ਉੱਠਣਾ। ਤੇ ਜਦ ਤੱਕ ਤੁਸੀਂ ਆਪਣਾ ਔਰਾ ਤੇ ਆਪਣੀ એનર્ਜੀ ਨੂੰ ਪੋਜ਼ਿਟਿਵ ਨਹੀਂ ਰੱਖੋਗੇ ਤੇ ਤੁਸੀਂ ਉਹ ਰੂਹ ਨੂੰ ਐਕਸੈਪਟ ਨਹੀਂ ਕਰ ਸਕਦੇ ਤੇ ਉਹ ਬੱਚੇ ਨੂੰ ਵੀ ਉਹੀ ਸਟ੍ਰੈਸ ਜਾਂਦਾ ਹੈ ਫਿਰ ਅੱਗੇ। ਮੈਂ ਰეკਮੈਂਡ ਕਰਦੀ ਹਾਂ ਕਿ ਮਸਾਜ ਜ਼ਰੂਰ ਲਓ, ਡੇਲੀ ਮਸਾਜ ਮਦਰ ਨੂੰ। ਜਿਵੇਂ ਬੱਚੇ ਦੀ ਮਸਾਜ ਕਰਨ ਕੋਈ ਲੇਡੀ ਤੁਸੀਂ ਬੁਲਾਉਂਦੇ ਹੋ ਤੇ ਮਦਰ ਦੀ ਵੀ ਕਰੋ। ਇਟ ਇਜ਼ ਵੈਰੀ ਇੰਪੋਰਟੈਂਟ। ਮਦਰ ਨੂੰ ਸਪੇਸ ਦਿਓ, ਬੱਚੇ ਨਾਲ ਉਹਨੂੰ ਟਾਈਮ ਦਿਓ, ਉਹਦੀ ਬੌਂਡਿੰਗ ਬਹੁਤ ਜ਼ਰੂਰੀ ਹੈ ਬੱਚੇ ਨਾਲ ਉਸ ਟਾਈਮ ਤੇ। ਹਰ ਕੋਈ ਰਿਸ਼ਤੇਦਾਰ ਆ ਕੇ ਚੁੱਕ ਕੇ ਲੈ ਜਾਂਦਾ, ਮੈਂ ਗੋਦੀ ਲਿਜਾਣਾ, ਮੈਂ ਜਦੋਂ ਰੋਂਦਾ ਆ ਕੇ ਮਾਂ ਦੀ ਝੋਲੀ 'ਚ ਪਾ ਦਿੰਦਾ। ਦੈਟ ਇਜ਼ ਨਾਟ ਹੈਲਦੀ। ਪ੍ਰੈਗਨੈਂਸੀ ਦੇ ਦੌਰਾਨ ਆਪਣਾ ਸਭ ਕੁਝ ਭੁੱਲ ਕੇ ਆਪਣਾ ਖਾਣ ਪਾਨ, ਨੀਂਦ, ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਗਲਤ ਖਿਆਲ ਨਹੀਂ ਆਉਣੇ ਚਾਹੀਦੇ। ਸੋਸ਼ਲ ਮੀਡੀਆ ਤੋਂ ਦੂਰ ਰਹਿਣਾ। ਐਨਜ਼ਾਈਟੀ ਹੋ ਰਹੀ ਹੈ, ਘਬਰਾਹਟ ਹੋ ਰਹੀ ਹੈ, ਗੁੱਸਾ ਆ ਰਿਹਾ ਹੈ, ਕਦੀ ਕਦੀ ਖਿਆਲ ਆ ਰਿਹਾ ਕਿ ਮੈਂ ਬੱਚਾ ਸੁੱਟ ਦਾਂ, ਮੈਨੂੰ ਕਿਉਂ ਬੱਚਾ ਮੇਰੀ ਜ਼ਿੰਦਗੀ 'ਚ ਆ ਗਿਆ, ਜਾਂ ਆਪਣੇ ਲਈ ਸੁਸਾਈਡਲ ਥਾਟ ਆਉਂਦਾ ਵੀ ਮੈਂ ਹੀ ਮਰ ਜਾ। ਇੱਦਾਂ ਦੇ ਜੇ ਖਿਆਲ ਆਉਂਦੇ ਆ ਤਾਂ ਇਮੀਡੀਏਟਲੀ ਰਿਪੋਰਟ ਟੂ ਯੋਰ ਡਾਕਟਰ। ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਠੀਕ ਠਾਕ ਹੋਵੋਗੇ। ਵੀ ਸੋਸ਼ਲ ਦੀ ਅੱਜ ਇੱਕ ਵਿਸ਼ੇਸ਼ ਇੰਟਰਵਿਊ ਦੇ ਵਿੱਚ ਸਾਡੇ ਨਾਲ ਫਰਟੀਲਿਟੀ ਸਪੈਸ਼ਲਿਸਟ ਡਾਕਟਰ ਨਿਰਮਲ ਭਸੀਨ ਹੋਣਗੇ, ਜਿਹੜੇ ਕਿ ਔਰਤਾਂ ਦੀ ਪ੍ਰੈਗਨੈਂਸੀ, ਪੋਸਟ ਪ੍ਰੈਗਨੈਂਸੀ ਸਟੇਜ ਦੇ ਬਾਰੇ ਗੱਲ ਕਰਨਗੇ ਅਤੇ ਗਰਭ ਦੌਰਾਨ ਅਤੇ ਜਦੋਂ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਆ ਉਸ ਦੌਰਾਨ ਉਹਦੀ ਮੈਂਟਲ ਹੈਲਥ ਕੀ ਹੁੰਦੀ ਹੈ ਜਾਂ ਕੀ ਹੋਣੀ ਚਾਹੀਦੀ ਹੈ, ਜਾਂ ਫਿਰ ਮਾਨਸਿਕ ਤੌਰ 'ਤੇ ਇੱਕ ਔਰਤ ਨੂੰ ਅਸੀਂ ਕਿਵੇਂ ਤੰਦਰੁਸਤ ਰੱਖ ਸਕਦੇ ਹਾਂ। ਇਹਨਾਂ ਸਾਰੇ ਵਿਸ਼ਿਆਂ ਦੇ ਉੱਪਰ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਜਦੋਂ ਮੈਨੂੰ ਪਤਾ ਲੱਗਿਆ ਸੀਗਾ ਕਿ ਮੈਂ ਕਨਸੀਵ ਕੀਤਾ ਤਾਂ ਮੇਰੇ ਡਾਕਟਰ ਨੇ ਮੈਨੂੰ ਇੱਕੋ ਗੱਲ ਕਹੀ ਸੀਗੀ, ਕਹਿੰਦੇ ਯੂ ਆਰ ਪ੍ਰੈਗਨੈਂਟ ਨਾਟ ਪੇਸ਼ੈਂਟ। ਪਰ ਅਸਲ ਦੇ ਵਿੱਚ ਜਦੋਂ ਸਾਡੇ ਘਰਾਂ ਦੇ ਵਿੱਚ, ਖਾਸ ਤੌਰ 'ਤੇ ਪਿੰਡਾਂ ਦੇ ਵਿੱਚ ਜਦੋਂ ਪਤਾ ਲੱਗਦਾ ਕਿ ਕੋਈ ਔਰਤ ਆ ਜਿਹੜੀ ਉਹ ਬੱਚੇ ਨੂੰ ਜਨਮ ਦੇਣ ਵਾਲੀ ਹੈ ਜਾਂ ਫਿਰ ਉਹਨੇ ਕਨਸੀਵ ਕੀਤਾ, ਤਾਂ ਉਹਨੂੰ ਪ੍ਰੈਗਨੈਂਟ ਨਾ ਹੋ ਕੇ ਉਹਨਾਂ ਨੂੰ ਇੱਕ ਪੇਸ਼ੈਂਟ ਦੀ ਤਰ੍ਹਾਂ ਘਰੋਂ ਟਰੀਟ ਕੀਤਾ ਜਾਣ ਲੱਗ ਜਾਂਦਾ। ਤੂੰ ਆਹ ਨਾ ਕਰ, ਬਹੁਤ ਜ਼ਿਆਦਾ ਰੋਕ ਟੋਕ, ਜਿਹੜੀ ਕਿ ਚਲੋ ਉਸ ਟਾਈਮ ਲਈ ਜ਼ਰੂਰੀ ਜ਼ਰੂਰ ਹੁੰਦੀ ਆ, ਪਰ ਬਹੁਤ ਜ਼ਿਆਦਾ ਓਵਰ ਕੌਨਸ਼ੀਅਸ ਕਰ ਦਿੱਤਾ ਜਾਂਦਾ ਉਹਦੇ ਲਈ ਸਾਰਾ ਮਾਹੌਲ, ਹੈ ਨਾ। ਅਤੇ ਫਰਟੀਲਿਟੀ ਸਪੈਸ਼ਲਿਸਟ ਹੋਣ ਦੇ ਨਾਤੇ ਤੁਸੀਂ ਕੀ ਕਹੋਗੇ ਕਿ ਪ੍ਰੈਗਨੈਂਸੀ ਆ ਜਿਹੜੀ ਉਹ ਕਿਹੋ ਜਿਹੀ ਸਟੇਜ ਹੁੰਦੀ ਆ? ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅੱਜ ਕੱਲ੍ਹ ਥੋੜ੍ਹਾ ਬਹੁਤ ਜ਼ਿਆਦਾ ਕੌਸ਼ੀਅਸ ਹੋਣ ਲੱਗ ਗਏ ਆ। ਇਹਦੇ ਲਈ ਮੈਂ ਥੋੜ੍ਹਾ ਪਿੱਛੇ ਜਾਣਾ ਚਾਹਾਂਗੀ ਟਾਈਮ ਦੇ। ਜੇ ਅਸੀਂ ਆਪਣੇ ਗ੍ਰੈਂਡ ਪੇਰੈਂਟਸ, ਆਪਣੇ ਦਾਦਾ ਦਾਦੀ ਜਾਂ ਨਾਨੀਆਂ ਦੇ ਬਾਰੇ ਸੋਚੀਏ, ਉਹਨਾਂ ਦਾ ਟਾਈਮ ਦੇਖੀਏ, ਉਸ ਜ਼ਮਾਨੇ 'ਚ ਪ੍ਰੈਗਨੈਂਸੀ ਨੂੰ ਬਹੁਤ ਹੀ ਭੋਲੇ ਭਾਵ ਨਾਲ ਲਿਆ ਜਾਂਦਾ ਸੀ, ਕਿਉਂਕਿ ਇੱਕ ਤਾਂ ਬੱਚੇ ਬਹੁਤ ਹੁੰਦੇ ਸੀ, ਇੱਕ ਫੈਮਿਲੀ ਦਾ, ਜੁਆਇੰਟ ਫੈਮਿਲੀ ਦਾ ਸਪੋਰਟ ਹੁੰਦਾ ਸੀ। ਅੱਜ ਕੱਲ੍ਹ ਦੀ ਜਿਹੜੀ ਪ੍ਰੋਬਲਮ ਹੈ ਉਹ ਨਿਊਕਲੀਅਰ ਫੈਮਿਲੀਜ਼ ਹੋ ਗਈਆਂ। ਈਵਨ ਪਿੰਡਾਂ 'ਚ ਅਲੱਗ ਕਾਫੀ ਲੋਕੀ ਰਹਿਣ ਲੱਗ ਗਏ ਆ। ਹੁਣ ਉਸ ਤਰ੍ਹਾਂ ਦਾ ਮਾਹੌਲ ਨਹੀਂ ਰਿਹਾ ਵੀ ਸਾਰਾ ਵਿਹੜਾ ਇਕੱਠਾ ਰਹਿ ਰਿਹਾ ਵੀ ਚਾਚੇ ਤਾਏ ਸਾਰੇ ਜਿਹੜੇ ਕਿ ਬੱਚੇ ਨੂੰ ਸੰਭਾਲ ਸਕਣ। ਹਾਂਜੀ। ਤੇ ਇਹ ਇੱਕ ਬੱਚੇ ਘੱਟ ਚਾਹੀਦੇ ਆ, ਹਰ ਇੱਕ ਨੂੰ ਇੱਕ ਬੱਚਾ ਚਾਹੀਦਾ ਜਾਂ ਦੋ ਬੱਚੇ ਚਾਹੀਦੇ ਆ। ਤੇ ਉਹਦੇ ਕਰਕੇ ਥੋੜ੍ਹਾ ਜਿਹਾ ਮਾਹੌਲ ਬਦਲ ਗਿਆ ਹੈ ਕਿ ਪ੍ਰੈਗਨੈਂਸੀ ਨੂੰ ਬਹੁਤ ਜ਼ਿਆਦਾ ਮਤਲਬ ਇੰਪੋਰਟੈਂਸ ਤਾਂ ਦੇਣੀ ਹੈ, ਪਰ ਉਹਨੂੰ ਸਟ੍ਰੈਸਫੁਲ ਇੰਪੋਰਟੈਂਸ ਦੇਣ ਲੱਗ ਗਏ। ਸਟ੍ਰੈਸਫੁਲ ਦੇਣ ਲੱਗ ਗਏ। ਤੇ ਪਹਿਲੀ ਗੱਲ ਤਾਂ ਸ਼ੁਰੂਆਤ ਹੋ ਜਾਂਦੀ ਹੈ ਵਿਆਹ ਤੋਂ ਬਾਅਦ। ਵਿਆਹ ਹੋਇਆ, ਬੱਚਾ ਕਿਉਂ ਨਹੀਂ ਹੋ ਰਿਹਾ, ਉੱਥੋਂ ਹੀ ਸਟ੍ਰੈਸ ਸ਼ੁਰੂ ਹੋ ਜਾਂਦਾ ਹੈ ਵੀ ਬੱਚਾ ਕਿਉਂ ਨਹੀਂ ਹੋ ਰਿਹਾ। ਉਹਦੇ ਲਈ ਤਾਨੇ ਮੇਨੇ ਸ਼ੁਰੂ ਹੋ ਜਾਂਦੇ ਆ। ਇਹ ਨਹੀਂ ਸੋਚਦੇ ਵੀ ਕੀ ਉਹਦਾ ਮੈਂਟਲ ਸਟੇਟਸ ਹੈ, ਕਿਉਂ ਪ੍ਰੋਬਲਮ ਆ ਰਹੀ ਹੈ। ਹਸਬੈਂਡ ਵਿੱਚ ਵੀ ਤਾਂ ਪ੍ਰੋਬਲਮ ਹੋ ਸਕਦੀ ਹੈ, ਪਰ ਸਾਰਾ ਬੋਝ ਲੇਡੀ 'ਤੇ ਪਾਇਆ ਜਾਂਦਾ। ਫਿਰ ਆ ਗਈ ਗੱਲ ਪ੍ਰੈਗਨੈਂਟ ਹੋਣ ਤੋਂ ਬਾਅਦ। ਪ੍ਰੈਗਨੈਂਟ ਹੋਣ ਤੋਂ ਬਾਅਦ ਜਿਹੜਾ ਪੁਰਾਣੇ ਖਿਆਲਾਤ ਚੱਲੇ ਆ ਰਹੇ ਹੈ ਕਿ ਬੜਾ ਹੀ ਪਰਹੇਜ਼ ਜ਼ਰੂਰੀ ਹੈ ਕੁਝ ਚੀਜ਼ਾਂ 'ਚ, ਪਰ ਜਿੰਨਾ ਪਰਹੇਜ਼ ਕਹਿੰਦੇ ਆ ਉਹਨੂੰ ਸਟ੍ਰੈਸ ਦੇ ਦਿੰਦੇ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਇਸ ਤਰ੍ਹਾਂ ਨਹੀਂ ਤੂੰ ਖਾਣਾ, ਇਹ ਨਹੀਂ ਪੀਣਾ। ਅਤੇ ਇਹ ਚੀਜ਼ਾਂ ਸਟ੍ਰੈਸ ਨੂੰ ਐਡ ਕਰਦੀਆਂ। ਪੇਸ਼ੈਂਟ, ਬਿਲਕੁਲ ਠੀਕ ਗੱਲ ਤੁਸੀਂ ਕਹੀ। ਅਸੀਂ ਵੀ ਪੇਸ਼ੈਂਟਸ ਨੂੰ ਇਹੀ ਕਹਿੰਦੇ ਹਾਂ ਕਿ ਯੂ ਆਰ, ਜੇ ਕਈ ਵਾਰੀ ਪੇਸ਼ੈਂਟ ਆ ਕੇ ਸਾਨੂੰ ਕਹਿੰਦੇ ਨਾ ਮੈਨੂੰ ਇਹ ਹੋ ਗਿਆ, ਮੈਂ ਕਹਿੰਦੀ ਤੂੰ ਬਿਮਾਰ ਨਹੀਂ ਹੈਗੀ, ਤੂੰ ਪ੍ਰੈਗਨੈਂਟ ਹੈ, ਤੂੰ ਬਿਲਕੁਲ ਠੀਕ ਹੈ। ਇਹ ਤੇਰਾ ਇੱਕ ਸਟੇਟ ਆਫ ਮਾਈਂਡ ਨੂੰ ਆਪਣਾ ਠੀਕ ਕਰੋ, ਸਟ੍ਰੈਸ ਨਾ ਲਓ। ਉਹਦੇ 'ਚ ਵੀ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਦ ਤੱਕ ਆਪਣਾ ਮਨ, ਤੁਹਾਡਾ ਆਪਣਾ ਮਨ ਤਿਆਰ ਨਹੀਂ ਹੈ ਪ੍ਰੈਗਨੈਂਟ ਹੋਣ ਨੂੰ,
ਤਦ ਤੱਕ ਪ੍ਰੈਗਨੈਂਸੀ ਨਾ ਕਰੋ, ਕਿਉਂਕਿ ਤੁਸੀਂ ਇੱਕ ਰੂਹ ਨੂੰ ਵੈਲਕਮ ਕਰ ਰਹੇ ਹੋ। ਬਿਲਕੁਲ। ਤੇ ਜਦ ਤੱਕ ਤੁਸੀਂ ਆਪਣਾ ਔਰਾ ਤੇ ਆਪਣੀ એનર્ਜੀ ਨੂੰ ਪੋਜ਼ਿਟਿਵ ਨਹੀਂ ਰੱਖੋਗੇ ਤੇ ਤੁਸੀਂ ਉਹ ਰੂਹ ਨੂੰ ਐਕਸੈਪਟ ਨਹੀਂ ਕਰ ਸਕਦੇ, ਤੇ ਉਹ ਬੱਚੇ ਨੂੰ ਵੀ ਉਹੀ ਸਟ੍ਰੈਸ ਜਾਂਦਾ ਹੈ ਫਿਰ ਅੱਗੇ। ਤੇ ਜਦ ਤੱਕ ਮੈਂਟਲੀ, ਫਿਜ਼ੀਕਲੀ, ਫਾਈਨੈਂਸ਼ੀਅਲੀ ਪ੍ਰੀਪੇਅਰਡ ਨਹੀਂ ਹੋ ਤੇ ਪ੍ਰੈਗਨੈਂਸੀ ਨਾ ਕਰੋ। ਬਿਲਕੁਲ। ਇੱਕ ਚੀਜ਼ ਹੋਰ ਸਾਡੇ ਵਿੱਚ ਆਮ ਦੇਖਣ ਨੂੰ ਮਿਲਦੀ ਆ ਕਿ ਸੇਮ ਟਾਈਮ ਤੇ ਅਗਰ ਦੋ ਔਰਤਾਂ ਪ੍ਰੈਗਨੈਂਟ ਨੇ, ਦੋ ਔਰਤਾਂ ਗਰਭਵਤੀ ਨੇਗੀਆਂ, ਤਾਂ ਉਹ ਆਪਣੀ ਪ੍ਰੈਗਨੈਂਸੀ ਇੱਕ ਦੂਜੀ ਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਨੇ। ਜਾਂ ਜਦੋਂ ਮੈਂ ਪ੍ਰੈਗਨੈਂਟ ਸੀ ਤਾਂ ਮੇਰੀ ਸੇਮ ਟਾਈਮ ਤੇ ਮੇਰੀ ਇੱਕ ਫਰੈਂਡ ਵੀ ਪ੍ਰੈਗਨੈਂਟ ਸੀਗੀ, ਤਾਂ ਉਹਨਾਂ ਨੇ ਮੈਨੂੰ ਪੁੱਛਿਆ, ਕਹਿੰਦੇ ਤੁਹਾਡੇ ਬੇਬੀ ਮੂਵਮੈਂਟਸ ਸ਼ੁਰੂ ਹੋ ਗਈਆਂ? ਮੈਂ ਕਿਹਾ ਨਹੀਂ, ਮੇਰੇ ਹਲੇ ਸਟਾਰਟ ਨਹੀਂ ਹੋਈਆਂ। ਕਹਿੰਦੇ ਅੱਛਾ, ਮਤਲਬ ਤੇਰਾ ਬੇਬੀ ਲੇਜ਼ੀ ਹੋਊਗਾ। ਉਸ ਚੀਜ਼ ਨੇ ਮੈਨੂੰ ਇੰਨਾ ਜ਼ਿਆਦਾ ਸਟ੍ਰੈਸ ਦਿੱਤਾ। ਫਿਰ ਮੇਰੀ ਸਿਸਟਰ ਨੇ ਮੇਰੀ ਕਾਉਂਸਲਿੰਗ ਕੀਤੀ, ਕਹਿੰਦੀ ਨਹੀਂ, ਇਹ ਹਰ ਇੱਕ ਦੀ ਪ੍ਰੈਗਨੈਂਸੀ ਅਲੱਗ ਹੁੰਦੀ ਆ, ਹਰ ਇੱਕ ਦੀ ਬਾਡੀ ਅਲੱਗ ਤਰ੍ਹਾਂ ਨਾਲ ਰਿਸਪੌਂਡ ਕਰਦੀ ਆ, ਹੈ ਨਾ। ਤਾਂ ਇਹ ਚੀਜ਼ ਤੇ ਮੈਂ ਚਾਹੂੰਗੀ ਕਿ ਤੁਸੀਂ ਸਾਨੂੰ ਜ਼ਰੂਰ ਦੱਸੋ ਕਿ ਪ੍ਰੈਗਨੈਂਸੀ ਹਰ ਇੱਕ ਦੀ ਅਲੱਗ-ਅਲੱਗ ਹੁੰਦੀ ਆ, ਤਾਂ ਉਹਦੇ ਵਿੱਚ ਕੰਪੈਰੀਜ਼ਨ ਹੋਣਾ ਚਾਹੀਦਾ ਇੱਕ ਦੂਜੇ ਦੇ ਨਾਲ ਜਾਂ ਨਹੀਂ ਕਰਨਾ ਚਾਹੀਦਾ? ਇੱਕ ਸਾਡੇ ਦੇਸ਼ 'ਚ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਕਿ ਹਰ ਕੋਈ ਡਾਕਟਰ ਬਣ ਜਾਂਦਾ ਹੈ ਨਾ। ਸਭ ਕਹਿੰਦੇ ਵੀ ਅਸੀਂ ਸਿਆਣੇ, ਅਸੀਂ ਡਾਕਟਰ, ਜਿਹੜੀ ਦਵਾਈ ਮੈਂ ਖਾਧੀ ਤੂੰ ਵੀ ਖਾ ਲੈ। ਇਹ ਕੋਈ ਮਿਠਾਈ ਤਾਂ ਹੈ ਨਹੀਂ ਕਿ ਮੈਂ ਜਿਹੜੀ ਖਾਈ ਤੂੰ ਵੀ ਸਵਾਦ ਚੱਖ ਲੈ ਇਹਦਾ। ਤੇ ਹਰ ਪੇਸ਼ੈਂਟ ਅਲੱਗ ਹੁੰਦਾ, ਹਰ ਪ੍ਰੈਗਨੈਂਸੀ ਅਲੱਗ ਹੁੰਦੀ ਹੈ। ਆਪਣਾ ਬੋਡੀ ਵੇਟ, ਆਪਣੀ એનર્ਜੀ, ਆਪਣਾ ਸਟਰਕਚਰ, ਆਪਣਾ ਖਾਣ ਪਾਨ ਸਭ ਦਾ ਡਿਫਰੈਂਟ ਹੈ, ਤੇ ਪ੍ਰੈਗਨੈਂਸੀ ਵੀ ਡਿਫਰੈਂਟ ਹੋਏਗੀ। ਕੋਈ ਪ੍ਰੈਗਨੈਂਸੀ ਸੇਮ ਨਹੀਂ। ਇਨਫੈਕਟ ਦੂਸਰੇ ਨਾਲ ਕੀ ਕੰਪੇਅਰ ਕਰਨਾ, ਜੇ ਆਪਣੇ ਹੀ ਦੋ ਬੱਚੇ ਹੁੰਦੇ ਤੇ ਪਹਿਲੀ ਪ੍ਰੈਗਨੈਂਸੀ ਇੱਕ ਤਰ੍ਹਾਂ ਦੀ ਹੈ, ਦੂਜੀ ਦੂਸਰੇ ਤਰ੍ਹਾਂ ਦੀ ਹੈ। ਸਿੰਪਟਮਸ ਡਿਫਰੈਂਟ ਹੁੰਦੇ ਆ, ਜ਼ਰੂਰੀ ਨਹੀਂ ਹੈ ਕਿ ਸੇਮ ਤਰ੍ਹਾਂ ਨਾਲ ਹੋਏ। ਕਿਸੇ ਪ੍ਰੈਗਨੈਂਸੀ 'ਚ ਵੋਮਿਟਿੰਗ ਆਉਂਦੀ ਹੈ, ਪਹਿਲੇ 'ਚ ਦੂਸਰੇ 'ਚ ਨਹੀਂ ਆਉਂਦੀਆਂ। ਇੱਕ ਪਹਿਲੀ ਪ੍ਰੈਗਨੈਂਸੀ 'ਚ ਵੇਟ ਬਹੁਤ ਵੱਧ ਗਿਆ, ਦੂਜੀ 'ਚ ਨਹੀਂ ਵਧਿਆ। ਤੇ ਇਸ ਲਈ ਇਹਨੂੰ ਕੰਪੇਅਰ ਨਾ ਕਰੋ। ਆਪਣੀ ਪ੍ਰੈਗਨੈਂਸੀ ਨੂੰ ਸਿਰਫ ਔਰ ਸਿਰਫ ਆਪਣੇ ਡਾਕਟਰ ਦੀ ਸਲਾਹ ਨਾਲ ਕੰਸਲਟ ਕਰਕੇ ਉਹਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ। ਬਿਲਕੁਲ। ਮੇਰੀ ਅੱਜ ਦੀ ਗੱਲਬਾਤ ਦਾ ਮਕਸਦ ਇਹ ਵੀ ਜ਼ਰੂਰ ਸੀਗਾ ਕਿ ਚਲੋ ਹੈਲਥ ਵਾਈਜ਼ ਦਾ ਆਪਾਂ ਸੁਜੈਸ਼ਨ ਲੈ ਲੈਂਦੇ ਹਾਂ। ਆਪਣਾ ਹਰ ਇੱਕ ਦਾ ਗਾਇਨਕੋਲੋਜਿਸਟ ਹੁੰਦਾ, ਅਸੀਂ ਉਸ ਟਾਈਮ ਤੇ ਡਾਕਟਰ ਕੋਲੇ ਜਾਂਦੇ ਹਾਂ, ਹੈ ਨਾ। ਪਰ ਉਸ ਟਾਈਮ ਦੇ ਉੱਪਰ ਡਾਕਟਰ ਸਾਨੂੰ ਦੇ ਸਕਦਾ ਹੈ ਕਿ ਤੁਸੀਂ ਹੁਣ ਇਸ ਟਾਈਮ ਤੁਹਾਡੀ ਬਾਡੀ ਨੂੰ ਕੈਲਸ਼ੀਅਮ ਦੀ ਜ਼ਿਆਦਾ ਜ਼ਰੂਰਤ ਆ, ਉਹ ਜ਼ਿਆਦਾ ਲਓ, ਆਇਰਨ ਜ਼ਿਆਦਾ ਲਓ। ਚਲੋ ਇਹ ਵੀ ਹੋ ਜਾਂਦਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਨੈਚੁਰਲੀ ਲੈ ਸਕਦੇ ਹੋ ਸਬਜ਼ੀਆਂ ਫਰੂਟਸ ਤੋਂ, ਉਹ ਐਡ ਹੋ ਜਾਂਦੀਆਂ ਨੇ। ਪਰ ਫਿਜ਼ੀਕਲ ਦੇ ਨਾਲ ਨਾਲ ਸਾਡੀ ਇੱਕ ਮੈਂਟਲ ਲੋਡ ਵੀ ਹੁੰਦੀ ਆ। ਤਾਂ ਮੈਂਟਲੀ ਕਿਵੇਂ ਇੱਕ ਲੇਡੀ ਨੂੰ ਹੈਲਦੀ ਰੱਖਿਆ ਜਾ ਸਕਦਾ? ਜਿਵੇਂ ਤੁਸੀਂ ਕਿਹਾ ਕਿ ਉਨੀ ਦੇਰ ਤੱਕ ਬੇਬੀ ਕਨਸੀਵ ਨਾ ਕਰੋ ਜਿੰਨੀ ਦੇਰ ਤੱਕ ਤੁਸੀਂ ਮੈਂਟਲੀ, ਇਮੋਸ਼ਨਲੀ, ਫਾਈਨੈਂਸ਼ਲੀ ਰੈਡੀ ਨਹੀਂ ਹੈਗੇ, ਕਿਉਂਕਿ ਉਹੀ ਜਿਹੜੀਆਂ ਵੇਵਸ ਨੇਗੀਆਂ, ਉਹੀ ਵਾਈਬਸ ਨੇ ਜਿਹੜੀਆਂ ਉਹ ਬੱਚੇ ਤੱਕ ਟਰੈਵਲ ਕਰਦੀਆਂ ਨੇਗੀਆਂ। ਤਾਂ ਉਸ ਟਾਈਮ ਮੈਂਟਲ ਹੈਲਥ ਤੁਸੀਂ ਲੇਡੀ ਦੀ ਕਿੱਦਾਂ ਹੈਲਦੀ ਰੱਖ ਸਕਦੇ ਹੋ, ਮਾਨਸਿਕ ਤੌਰ 'ਤੇ ਉਹਨੂੰ ਕਿਵੇਂ ਤੁਸੀਂ ਸਿਹਤਮੰਦ ਰੱਖ ਸਕਦੇ ਹੋ, ਉਹਦੇ ਬਾਰੇ, ਕਿਉਂਕਿ ਇਹਦੇ ਵਿੱਚ ਪੂਰੇ ਪਰਿਵਾਰ ਦੀ ਇਨਵੋਲਵਮੈਂਟ ਵੀ ਹੁੰਦੀ ਆ ਅਤੇ ਲੇਡੀ ਦੇ ਪਾਰਟਨਰ ਦੀ ਇਨਵੋਲਵਮੈਂਟ ਬਾਕੀ ਪਰਿਵਾਰ ਦੇ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਇਹਦੇ 'ਤੇ ਮੈਂ ਚਾਹੂੰਗੀ ਕਿ ਤੁਸੀਂ ਇਹ ਸਾਡੇ ਸਾਰਿਆਂ ਦੇ ਲਈ ਇੱਕ ਮੈਂਟਲ ਹੈਲਥ ਜਿਹੜੀ ਹੈ, ਅੱਜ ਕੱਲ੍ਹ ਅਸੀਂ ਇਹਦੇ ਬਾਰੇ ਬਹੁਤ ਗੱਲ ਕਰਨ ਲੱਗ ਗਏ ਹਾਂ, ਅਤੇ ਜ਼ਰੂਰੀ ਵੀ ਹੈ, ਕਿਉਂਕਿ ਮੈਂਟਲ ਹੈਲਥ ਇੱਕ ਐਸਾ ਸਬਜੈਕਟ ਹੈ ਜੋ ਛੇੜਿਆ ਨਹੀਂ ਜਾਂਦਾ। ਜੇ ਮੈਂ ਕਿਸੇ ਨੂੰ ਕਹਾਂ ਵੀ ਤੈਨੂੰ ਅੱਜ ਕੋਈ ਪ੍ਰੋਬਲਮ ਲੱਗ ਰਹੀ ਹੈ, ਤੂੰ ਡਾਕਟਰ ਨੂੰ ਦਿਖਾ ਲੈ, ਸਾਈਕੀਆਟ੍ਰਿਸਟ ਕੋਲ ਚਲੇ ਜਾ, ਤੇ ਸਿੱਧਾ ਜਵਾਬ ਮਿਲਦਾ ਹੈ, ਮੈਨੂੰ ਪਾਗਲ ਸਮਝਦੇ ਹੋ। ਜਦ ਕਿ ਇੱਦਾਂ ਨਹੀਂ ਹੁੰਦਾ। ਜ਼ਰਾ ਜਿਹਾ ਵੀ ਕਿਤੇ ਤੁਹਾਨੂੰ ਲੱਗੇ ਕਿ ਤੁਸੀਂ ਮੂਡ ਡਿਪਰੈਸਡ ਹੈ ਜਾਂ ਉਦਾਸ ਰਹਿੰਦੇ ਹੋ, ਕੋਈ ਵਜ੍ਹਾ ਤੁਹਾਨੂੰ ਜ਼ਿਆਦਾ ਤੰਗ ਕਰ ਰਹੀ ਹੈ, ਕੋਈ ਬਾਰ-ਬਾਰ ਖਿਆਲ ਆ ਰਿਹਾ, ਤਾਂ ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ। ਜਿੱਥੇ ਤੱਕ ਰਹੀ ਪਰਿਵਾਰ ਦੀ ਸਪੋਰਟ ਦੀ ਗੱਲ, ਦੇਖੋ ਪਹਿਲੇ ਮੈਂ ਪਹਿਲੇ ਸ਼ੁਰੂ 'ਚ ਜ਼ਿਕਰ ਕੀਤਾ ਸੀ ਵੀ ਜੁਆਇੰਟ ਫੈਮਲੀਜ਼ ਦਾ ਬੜਾ ਸਪੋਰਟ ਸੀਗਾ। ਜਿੰਨਾ ਵੱਡਾ ਪਰਿਵਾਰ ਉਨਾ ਜ਼ਿਆਦਾ ਮੈਂਟਲ ਸਟੈਬਿਲਿਟੀ ਹਰ ਇੱਕ 'ਚ ਹੁੰਦੀ ਹੈ। ਮਤਲਬ ਮਾਨਸਿਕ ਤੌਰ 'ਤੇ ਬੜੇ ਸਟਰੋਂਗ ਹੁੰਦੇ ਆ, ਇਮੋਸ਼ਨਲੀ ਬੜੇ ਸਟਰੋਂਗ ਹੁੰਦੇ ਆ ਜਿਨ੍ਹਾਂ ਦਾ ਪਰਿਵਾਰ ਵੱਡਾ ਹੁੰਦਾ। ਛੋਟੇ ਪਰਿਵਾਰਾਂ 'ਚ ਹੁਣ ਜੇ ਫਰਜ਼ ਕਰੋ ਨਿਊਕਲੀਅਰ ਫੈਮਿਲੀ ਹੈ, ਸਿਰਫ ਹਸਬੈਂਡ ਵਾਈਫ ਹੈ ਅਤੇ ਬੱਚਾ ਹੈ, ਉਹ ਬੱਚਾ ਕਿੱਥੋਂ ਕੀ ਸਿੱਖੂਗਾ? ਉਹ ਤਾਂ ਹਰ ਵੇਲੇ ਐਨਜ਼ਾਈਟੀ 'ਚ ਹੀ ਰਹੇਗਾ ਨਾ, ਸਟ੍ਰੈਸ 'ਚ ਹੀ ਰਹੇਗਾ, ਮੈਂ ਇਕੱਲਾ ਰਹਿ ਗਿਆ। ਮੰਮੀ ਵੀ ਜੋਬ 'ਤੇ ਚਲੀ ਗਈ, ਪਾਪਾ ਵੀ ਜੋਬ 'ਤੇ ਚਲੇ ਗਏ, ਨੈਨੀ ਨੂੰ ਰੱਖਤਾ ਦੇਖਭਾਲ ਲਈ, ਤੇ ਬੱਚੇ 'ਚੋਂ ਇਮੋਸ਼ਨਲ ਬੌਂਡਿੰਗ ਨਹੀਂ ਆਉਂਦੀ। ਇਸ ਲਈ ਪਰਿਵਾਰ ਨਾਲ ਜੁੜ ਕੇ ਰਹੋ। ਤੇ ਪਰਿਵਾਰ ਦੀ ਜਿਹੜੀ ਡਿਊਟੀ ਹੈ ਉਹ ਇਹ ਹੈ ਕਿ ਤੁਸੀਂ ਬੱਚਿਆਂ ਨੂੰ, ਆਪਣੇ ਬੇਟਾ ਬਹੂ ਨੂੰ ਸਪੋਰਟ ਕਰੋ ਪ੍ਰੈਗਨੈਂਸੀ 'ਚ। ਇਸ ਉਮਰ 'ਚ ਜਦੋਂ ਗ੍ਰੈਂਡ ਪੇਰੈਂਟਸ ਬਣਦੇ ਆ, ਜਦੋਂ ਦਾਦਾ ਦਾਦੀ ਜਾਂ ਨਾਨਾ ਨਾਨੀ ਬਣਦੇ ਆ, ਉਸ ਟਾਈਮ 'ਚ ਤੁਸੀਂ ਸਾਰੇ ਫ੍ਰੀ ਹੋ ਚੁੱਕੇ ਹੁੰਦੇ ਆਪਣੇ ਕੰਮਾਂ ਤੋਂ, ਹੈ ਨਾ। ਕੋਈ ਰਿਟਾਇਰ ਹੋ ਗਏ,
ਕੋਈ ਆਪਣਾ ਮੇਜਰ ਕੰਮ, ਜੇ ਕੋਈ ਕਿਸੇ ਦਾ ਬਿਜ਼ਨਸ ਵੀ ਹੈ ਤੇ ਅੱਗੇ ਬੱਚੇ ਸੰਭਾਲ ਰਹੇ ਹੈ ਤੇ ਪ੍ਰੈਕਟੀਕਲੀ ਫ੍ਰੀ ਹੈ, ਤੇ ਉਹਨਾਂ ਦੀ ਵੀ ਮੈਂਟਲ ਗਰੋਥ ਬਹੁਤ ਅੱਛੀ ਹੁੰਦੀ ਜਦੋਂ ਘਰ 'ਚ ਬੱਚਾ ਹੋਏ। ਤੇ ਬੱਚੇ ਦਾ ਤੇ ਗ੍ਰੈਂਡ ਪੇਰੈਂਟ ਦਾ ਜਿਹੜਾ ਬੌਂਡ ਹੈ ਉਹ ਦੋਨੇ ਇੱਕ ਦੂਜੇ ਦਾ ਸਾਥ ਬਣਦੇ ਆ ਇਸ ਸਟੇਜ 'ਚ ਆ ਕੇ। ਤੇ ਗ੍ਰੈਂਡ ਪੇਰੈਂਟਸ ਨੂੰ ਸਪੋਰਟ ਕਰਨਾ ਚਾਹੀਦਾ ਹੈ, ਬਹੁਤ ਜ਼ਿਆਦਾ ਸਪੋਰਟ ਕਰਨਾ ਚਾਹੀਦਾ ਹੈ। ਪਹਿਲੀ ਗੱਲ ਤਾਂ ਕੁੜੀ ਨੂੰ ਸਮਝੋ ਕਿ ਜਿਹੜੀ ਕੁੜੀ ਨੇ ਡਿਲੀਵਰ ਕੀਤਾ ਉਹਦੇ ਪਹਿਲੇ ਤਾਂ ਹਾਰਮੋਨਸ ਜਦੋਂ ਪ੍ਰੈਗਨੈਂਸੀ ਸੀ ਪੂਰੇ ਸਪਾਈਕ ਤੇ ਗਏ, ਈਸਟ੍ਰੋਜਨ, ਪ੍ਰੋਜੈਸਟਰੋਨ, ਸਾਰੇ ਹਾਰਮੋਨਸ ਉਹਦੇ ਹਾਈ ਲੈਵਲ ਹਾਰਮੋਨਸ ਬੱਚੇ ਨੂੰ ਪ੍ਰੋਟੈਕਟ ਕਰਨ ਲਈ ਸਿਕਰੀਟ ਹੁੰਦੇ ਆ ਬਾਡੀ 'ਚ। ਤੇ ਜਦੋਂ ਡਿਲੀਵਰੀ ਹੋ ਜਾਂਦੀ ਉਹ ਸਾਰੇ ਹਾਰਮੋਨ ਗਿਰ ਜਾਂਦੇ ਨੀਚੇ, ਬਿਲਕੁਲ ਫਾਲ ਕਰ ਜਾਂਦੇ ਆ, ਤੇ ਉਹਦੇ ਕਰਕੇ ਮੂਡ ਸਵਿੰਗਸ ਬਹੁਤ ਆਉਂਦੇ ਆ। ਜਿਹੜੀ ਪ੍ਰੈਗਨੈਂਟ ਲੇਡੀ ਹੈ, ਜਿਹੜੀ ਡਿਲੀਵਰ ਹੋਈ ਹੈ, ਉਹਦੇ ਮੂਡ ਸਵਿੰਗਸ ਦੀ ਵਜ੍ਹਾ ਇੱਕ ਤਾਂ ਹਾਰਮੋਨਸ ਹੋ ਗਿਆ, ਦੂਜਾ ਸਡਨ ਲਾਈਫ ਸਟਾਈਲ ਚੇਂਜ ਹੋ ਗਿਆ। ਕੇਅਰ ਫ੍ਰੀ ਲਾਈਫ ਸੀਗੀ, ਜਿਸਲੇ ਦਿਲ ਕੀਤਾ ਮੂਵੀ ਚਲੇ ਗਏ, ਡਿਨਰ ਕਰਨ ਚਲੇ ਗਏ, ਘੁੰਮਣ ਚਲੇ ਗਏ, ਬਾਹਰ ਆਪਣੇ ਸਹੇਲੀਆਂ ਨਾਲ ਬਾਹਰ ਧੁੱਪੇ ਬਹਿ ਕੇ ਗੱਪਾਂ ਮਾਰ ਲੀਆਂ, ਹੈ ਨਾ। ਪਿੰਡਾਂ 'ਚ ਬੜਾ ਅੱਛਾ ਮਾਹੌਲ ਹੁੰਦਾ ਹੈ, ਮਤਲਬ ਉਹ ਸਭ ਛੁੱਟ ਜਾਂਦਾ ਹੈ ਨਾ। ਤੁਸੀਂ ਬੱਚੇ ਨਾਲ ਬੱਝ ਗਏ, ਉਹਦੀ ਦੇਖਭਾਲ ਕਰਨੀ ਹੈ ਇਮੀਡੀਏਟਲੀ, ਉਸ ਤੋਂ ਬਾਅਦ ਉਹਨੂੰ ਫੀਡ ਕਰਨਾ ਹੈ। ਫੀਡ ਕਰਨਾ ਆਸਾਨ ਨਹੀਂ ਹੈ, ਫੀਡਿੰਗ 'ਚ ਇੰਨੀ ਪ੍ਰੋਬਲਮ, ਕਦੀ ਮਿਲਕ ਘੱਟ ਆ ਰਿਹਾ, ਕਦੀ ਵੱਧ ਆ ਰਿਹਾ, ਕਦੀ ਗਿਲਟੀਆਂ ਬਣ ਗਈਆਂ, ਕਦੀ ਫੀਵਰ ਹੋ ਗਿਆ, ਬਹੁਤ ਜ਼ਿਆਦਾ। ਤੇ ਇਹ ਸਾਰੀਆਂ ਚੀਜ਼ਾਂ ਬਹੁਤ ਤੰਗ ਕਰਦੀਆਂ ਇੱਕ ਲੇਡੀ ਨੂੰ, ਕਿਉਂਕਿ ਉਹਨੂੰ ਪ੍ਰੀਪੇਅਰਡ ਨਹੀਂ ਹੈ ਉਹ ਇਹ ਸਭ ਚੀਜ਼ਾਂ ਲਈ। ਇਟ ਇਜ਼ ਲਾਈਕ ਅ ਸਟੋਰਮ, ਇੱਕ ਤੂਫਾਨ ਦੀ ਤਰ੍ਹਾਂ। ਉਸ ਟਾਈਮ ਤੇ ਮਦਰ ਇਨ ਲਾਅ ਹੈ ਜਿਵੇਂ, ਜਾਂ ਹਸਬੈਂਡ ਹੈ, ਉਹਨਾਂ ਨੂੰ ਸਾਥ ਦੇਣਾ ਚਾਹੀਦਾ ਹੈ। ਆਈ ਆਲਵੇਜ਼ ਸੇ, ਮੈਂ ਹਮੇਸ਼ਾ ਇੱਕ ਗੱਲ ਬੋਲਦੀ ਹਾਂ ਕਿ ਰਾਤ ਨੂੰ ਜਿਹੜਾ ਜਾਗਣਾ ਹੈ, ਹਸਬੈਂਡ ਨੂੰ ਡਿਊਟੀ ਲੈ ਲੈਣੀ ਚਾਹੀਦੀ ਹੈ ਜਾਗਣ ਦੀ। ਉਹ ਬੇਬੀ ਨੂੰ ਚੁੱਕ ਕੇ ਸੰਭਾਲੇ ਰਾਤ ਨੂੰ, ਕਿ ਮਦਰ ਨੂੰ ਸੌਣ ਨੂੰ ਮਿਲ ਜਾਏ। ਕਿਉਂਕਿ ਬੱਚਾ ਜਦੋਂ ਮਦਰ ਦੀ ਸਮੈਲ ਲਏਗਾ, ਦੁੱਧ ਦੀ ਉਹਨੂੰ ਸਮੈਲ ਆਏਗੀ, ਉਹਨੇ ਬਾਰ-ਬਾਰ ਉੱਠਣਾ। ਉਹੀ ਜੇ ਫਾਦਰ ਸੰਭਾਲੇਗਾ ਤੇ ਉਹਨੂੰ ਸਮੈਲ ਨਹੀਂ ਆਏਗੀ ਤੇ ਉਹ ਬਾਰ-ਬਾਰ ਰੋਏਗਾ ਨਹੀਂ, ਡਿਮਾਂਡ ਨਹੀਂ ਕਰੇਗਾ। ਠੀਕ ਹੈ, ਬੱਚੇ ਦਾ ਇਹ ਇੱਕ ਬੌਂਡਿੰਗ ਫਾਦਰ ਨਾਲ ਜ਼ਰੂਰੀ ਹੈ। ਦੂਸਰਾ ਹੈ, ਜਿਵੇਂ ਮਿਲਕ ਦਾ ਮੈਂ ਦੱਸਿਆ, ਕਈ ਵਾਰੀ ਗਿਲਟੀਆਂ ਬਣ ਜਾਂਦੀਆਂ, ਉਹਨੂੰ ਐਕਸਪ੍ਰੈਸ ਕਰਨ 'ਚ, ਉਹਨੂੰ ਕੱਢਣ 'ਚ ਹੈਲਪ ਕਰੋ। ਇਹਦੇ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਮਦਰ ਇਨ ਲਾਅ ਹੈਲਪ ਕਰਦੇ, ਹਸਬੈਂਡ ਹੈਲਪ ਕਰਦੇ, ਤੇ ਕਿਉਂਕਿ ਬਹੁਤ ਮੁਸ਼ਕਿਲ ਟਾਸਕ ਹੁੰਦਾ ਹੈ ਇਹ ਵੀ, ਮਿਲਕ ਨੂੰ ਐਕਸਪ੍ਰੈਸ ਬਾਹਰ ਕੱਢਣਾ। ਬਿਲਕੁਲ, ਹਾਂਜੀ। ਤੇ ਖਾਣ ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਘੱਟ ਤੋਂ ਘੱਟ 6 ਮੀਲ ਚਾਹੀਦੇ ਆ। ਤੇ ਜਿਹੜੇ ਪੁਰਾਣੇ ਖਿਆਲਾਤ ਕਹਿੰਦੇ ਹੁੰਦੇ ਸੀ ਵੀ ਡਿਲੀਵਰੀ ਤੋਂ ਬਾਅਦ ਨਹਾਉਣਾ ਨਹੀਂ, ਘਿਓ ਸਿਰ 'ਚ ਮਲ ਕੇ ਬੰਨ ਕੇ ਬੈਠਣਾ ਹੈ, 40 ਦਿਨ ਤੁਸੀਂ ਹਵਾ ਨਹੀਂ ਲੱਗਣ ਦੇਣੀ ਆਪਣੇ ਆਪ ਨੂੰ, ਬ੍ਰਸ਼ ਨਹੀਂ ਕਰਨਾ, ਉਹ ਉਸ ਜ਼ਮਾਨੇ 'ਚ ਸ਼ਾਇਦ ਇਸ ਲਈ, ਜਦੋਂ ਮੈਂ ਕਈ ਵਾਰੀ ਸੋਚਦੀ ਹਾਂ ਲੌਜਿਕ ਰੀਜ਼ਨ ਕਿ ਕੀ ਹੋ ਸਕਦਾ, ਉਸ ਜ਼ਮਾਨੇ 'ਚ ਪ੍ਰੋਬਲਮ ਇਹ ਸੀਗੀ, ਜਿਹੜੇ ਘਰ ਬਣਦੇ ਸੀ ਉਹਨਾਂ ਦੇ ਬਾਥਰੂਮ ਘਰੋਂ ਬਾਹਰ ਹੁੰਦੇ ਸੀਗੇ। ਬਿਲਕੁਲ, ਹੈ ਨਾ, ਕਿਉਂਕਿ ਕੰਸਟਰਕਸ਼ਨ ਉੱਦਾਂ ਦੀ ਹੁੰਦੀ ਸੀ, ਪਰਿਵਾਰ ਹਰ ਕੋਈ ਉਹ ਟਾਇਲਟ ਯੂਜ਼ ਕਰ ਰਿਹਾ ਹੈ, ਤੇ ਉਹ ਹਾਈਜੀਨ ਵੈਲਿਊ, ਥੋੜੀ ਜੀ ਹਾਈਜੀਨ ਨੂੰ ਲੈ ਕੇ, ਫਿਰ ਜੀ ਤੁਮ ਕਮਰੇ 'ਚੋਂ ਨਿਕਲੋਗੇ, ਬਿਲਕੁਲ ਬਾਹਰ ਜਾਓਗੇ ਤੇ ਹਵਾ ਲੱਗ ਜੂਗੀ, ਹੈ ਨਾ। ਤੇ ਇਸ ਲਈ ਸ਼ਾਇਦ ਉਦੋਂ ਰੋਕ ਟੋਕ ਸੀਗੀ, ਪਰ ਅੱਜ ਕੱਲ੍ਹ ਹਰ ਘਰ 'ਚ, ਭਾਵੇਂ ਉਹ ਸ਼ਹਿਰ ਹੈ ਭਾਵੇਂ ਉਹ ਪਿੰਡ ਹੈ, ਸਭ ਕੁਝ ਅਵੇਲੇਬਲ ਹੈ, ਹਾਈਜੀਨਿਕਲੀ ਸਭ ਸਮਝਦੇ ਹੈ। ਤੇ ਇਹ ਲੌਜਿਕ ਨਹੀਂ ਹੈਗਾ ਕਿ ਤੁਸੀਂ ਖਾਣਾ ਪੀਣਾ ਨਹੀਂ ਦੇਣਾ, ਨਹਾਉਣਾ ਨਹੀਂ, ਤੇ ਬ੍ਰਸ਼ ਨਹੀਂ ਕਰਨਾ। ਦਿਸ ਇਜ਼ ਨਾਟ ਲੌਜੀਕਲ। ਇਹ ਸਭ ਕਰਨਾ ਹੈ, ਸਗੋਂ ਹਾਈਜੀਨ ਜ਼ਿਆਦਾ ਮੇਨਟੇਨ ਕਰਨਾ ਹੈ, ਜ਼ਿਆਦਾ ਸਫਾਈ ਰੱਖਣੀ ਹੈ, ਕਿਉਂਕਿ ਤੁਸੀਂ ਬੱਚੇ ਨੂੰ ਹੈਂਡਲ ਕਰ ਰਹੇ ਹੋ। ਬੱਚਾ ਬਿਲਕੁਲ ਬਾਹਰ ਆਇਆ, ਉਹਦੀ ਇਮਿਊਨਿਟੀ ਬਹੁਤ ਵੀਕ ਹੈ ਹਲੇ, ਤੇ ਉਹਨੂੰ ਹੈਂਡਲ ਕਰਨ ਲਈ ਤੁਹਾਡੀ ਤੁਸੀਂ ਕਲੀਨ ਰਹੋਗੇ, ਸਾਫ਼ ਰਹੋਗੇ ਤੇ ਬੱਚਾ ਸੰਭਾਲੋਗੇ। ਤੇ ਇਹ ਪੁਆਇੰਟ ਬਿਲਕੁਲ ਗਲਤ ਹੈ। ਦੂਸਰਾ, ਡਾਇਟ ਜਿਹੜੀ ਮਦਰ ਦੀ, ਘੱਟ ਤੋਂ ਘੱਟ 6 ਵਾਰੀ ਦਿਨ 'ਚ ਉਹਨੂੰ ਖਾਣਾ ਮਿਲਣਾ ਚਾਹੀਦਾ। ਜੇ ਤਾਂ ਨਾਨ ਵੈਜ ਖਾਂਦੇ ਆ ਤੇ ਰੋਜ਼ ਉਬਲੇ ਅੰਡੇ 2 ਖਿਲਾਣੇ ਚਾਹੀਦੇ ਆ, ਪ੍ਰੋਟੀਨ ਇਨਟੇਕ ਚਾਹੀਦਾ। ਨਹੀਂ ਹੈ ਤਾਂ ਦਾਲਾਂ ਖਿਲਾਓ, ਸੂਪ ਪਿਲਾਓ, ਦਾਲ ਦਾ ਸੂਪ ਬਣਾ ਕੇ ਦਿਓ, ਕਿਉਂਕਿ ਪ੍ਰੋਟੀਨ ਬਹੁਤ ਚਾਹੀਦਾ ਬਿਲਕੁਲ ਬੇਬੀ ਨੂੰ ਫੀਡ ਕਰਨ ਲਈ। ਦੁੱਧ ਪਿਲਾਓ। ਤੇ ਮੈਂ ਤਾਂ ਇਹ ਵੀ ਦੇਖਿਆ ਸੁਣਿਆ ਕਿ ਪਾਣੀ ਨਹੀਂ ਪਿਲਾਉਂਦੇ ਸੀ, ਗੁੜ ਤੇ ਸੌਂਫ ਸਿਰਫ ਖਿਲਾਣੀ। ਹਾਂਜੀ, ਹਾਂ, ਹੈ ਨਾ। ਮੈਂ ਇਹਦੇ ਬਾਰੇ ਵੀ ਜ਼ਰੂਰ ਗੱਲ ਕਰਨਾ ਚਾਹੁੰਦੀ ਸੀਗੀ, ਕਿਉਂਕਿ ਜਦੋਂ ਮੇਰੇ ਭਾਬੀ ਦੇ ਬੇਬੀ ਹੋਇਆ ਤਾਂ ਉਹਨਾਂ ਦਾ ਜਦੋਂ ਹਸਪੀਟਲ ਤੋਂ ਮੀਲ ਆਇਆ ਤਾਂ ਉਹਦੇ ਵਿੱਚ ਨਿੰਬੂ ਪਾਣੀ ਵੀ ਸੀਗਾ, ਲੱਸੀ ਵੀ ਸੀ। ਤਾਂ ਉੱਥੇ ਜਿੰਨੇ ਅੱਕਰ ਦੇ ਵੱਡੇ ਸੀ, ਕਹਿੰਦੇ ਨਹੀਂ ਨਹੀਂ ਇਹ ਨਹੀਂ ਪੀਣਾ, ਪਾਣੀ ਨਹੀਂ ਜ਼ਿਆਦਾ ਪੀਣਾ, ਫਿਰ ਤੇਰੇ ਅੰਦਰ ਪਾਣੀ ਭਰ ਜਾਊਗਾ, ਮਤਲਬ ਹੱਡਾਂ 'ਚ ਪਾਣੀ ਆ ਜਾਊਗਾ, ਜਾਂ ਫਿਰ ਤੁਸੀਂ ਖੱਟਾ ਨਹੀਂ ਖਾਣਾ। ਫਿਰ ਮੈਂ ਸੋਚਿਆ, ਮੈਂ ਕਿਹਾ ਭਾਬੀ ਆਇਆ ਤੇ ਹਸਪੀਟਲ ਤੋਂ, ਜਾਂ ਉਹਨਾਂ ਨੂੰ ਵੀ ਪਤਾ ਵੀ ਇਹ ਨਿਊ ਮਦਰ ਲਈ ਖਾਣਾ ਜਾ ਰਿਹਾ, ਵੀ ਉਹਨਾਂ ਨੇ ਕੁਝ ਸੋਚ ਕੇ ਦਿੱਤਾ ਹੋਣਾ, ਤੁਸੀਂ ਖਾ ਲਓ।
ਵੀ ਇਹਦੇ ਬਾਰੇ ਦੱਸੋ, ਕਿਉਂਕਿ ਅਸੀਂ ਗੱਲ ਕਰ ਰਹੇ ਸੀਗੇ ਵੀ ਜਿਹੜੀਆਂ ਪੁਰਾਣੀਆਂ ਲੇਡੀਜ਼ ਹੁੰਦੀਆਂ ਸੀ ਉਹ ਆਫਟਰ ਡਿਲੀਵਰੀ ਜਿਵੇਂ ਜ਼ਿਆਦਾ ਗਰਮ ਚੀਜ਼ਾਂ ਖਾਂਦੀਆਂ ਸੀ, ਗੁੜ ਖਾ ਲਿਆ, ਸੌਂਫ ਖਾ ਲਈ, ਜਵੈਣ ਉਬਾਲ ਕੇ ਪੀ ਲਈ ਹੈ ਨਾ, ਤਾਂ ਕਿ ਬਾਡੀ ਅੰਦਰੋਂ ਕਲੀਨ ਹੋ ਜਾਵੇ। ਤੇ ਕਹਿ ਦਿੰਦੇ ਸੀਗੇ ਵੀ ਜ਼ਿਆਦਾ ਖੱਟਾ ਜਾਂ ਬਹੁਤ ਜ਼ਿਆਦਾ ਲਿਕੁਇਡ ਨਹੀਂ ਲੈਣਾ ਹੈਗਾ ਤੁਸੀਂ। ਤੇ ਇਹਦੇ ਵਿੱਚ ਕੋਈ ਸੱਚਾਈ ਹੈਗੀ ਹੈ ਕਿ ਦੋਨੋਂ ਚੀਜ਼ਾਂ ਬਾਡੀ ਨੂੰ ਫਰਕ ਪਾਉਂਦੀਆਂ ਨੇ ਆਫਟਰ ਡਿਲੀਵਰੀ? ਦੇਖੋ, ਪਾਣੀ ਪੀਣਾ ਤਾਂ ਬਹੁਤ ਜ਼ਰੂਰੀ ਹੈ, ਇਹ ਤਾਂ ਪਿਆਸੇ ਤਾਂ ਛੱਡ ਨਹੀਂ ਸਕਦੇ, ਹੈ ਨਾ। ਉਹ ਸ਼ਾਇਦ ਕਿਸੇ ਵਜ੍ਹਾ ਨਾਲ ਉਸ ਜ਼ਮਾਨੇ 'ਚ ਸਮਝਦੇ ਹੋਣੇ ਆ ਕਿ ਪਾਣੀ ਜ਼ਿਆਦਾ ਪੀ ਲਿਆ ਤਾਂ ਖੂਨ ਪਤਲਾ ਹੋ ਜਾਓ, ਬਲੀਡਿੰਗ ਹੋ ਰਹੀ ਹੈ, ਹੋਰ ਨਾ ਬਲੀਡਿੰਗ ਹੋਣ ਲੱਗ ਜਾਏ। ਪੋਸੀਬਲੀ ਇਹ ਮਿਥ ਰਿਹਾ ਹੋਣਾ, ਪਰ ਐਸਾ ਕੁਝ ਨਹੀਂ ਹੈ। ਤੇ ਜਿਹੜੀ ਇੱਕ ਚੀਜ਼ ਮੈਂ ਰეკਮੈਂਡ ਕਰਾਂਗੀ ਆਫਟਰ ਡਿਲੀਵਰੀ, ਜਿਹੜਾ ਹੱਡਾਂ 'ਚ ਪਾਣੀ ਭਰ ਜਾਂਦੇ ਵਾਲੀਆਂ ਗੱਲਾਂ ਆਉਂਦੀਆਂ, ਮੈਂ ਰეკਮੈਂਡ ਕਰਦੀ ਹਾਂ ਕਿ ਮਸਾਜ ਜ਼ਰੂਰ ਲਓ। ਡੇਲੀ ਮਸਾਜ ਮਦਰ ਨੂੰ, ਜਿਵੇਂ ਬੱਚੇ ਦੀ ਮਸਾਜ ਕਰਨ ਕੋਈ ਲੇਡੀ ਤੁਸੀਂ ਬੁਲਾਉਂਦੇ ਹੋ, ਤੇ ਮਦਰ ਦੀ ਵੀ ਕਰੋ, ਕਿਉਂਕਿ ਉਹ ਬਹੁਤ ਹੈਲਪ ਕਰਦੀ। ਕਿਉਂਕਿ ਜਦੋਂ ਡਿਲੀਵਰੀ ਹੁੰਦੀ ਹੈ ਹੱਡੀਆਂ ਕਾਫੀ ਖੁੱਲ ਜਾਂਦੀਆਂ, ਬਿਲਕੁਲ, ਹੈ ਨਾ, ਪੈਲਵਿਕ ਬੋਨਸ ਖੁੱਲ ਜਾਂਦੀਆਂ ਤੇ ਮਸਲਸ ਵੀ ਵੀਕ ਹੋ ਜਾਂਦੀਆਂ, ਪੂਰੀ એનર્ਜੀ ਡਰੇਨ ਹੋ ਜਾਂਦੀ ਹੈ। ਤੇ ਮਸਾਜ ਨਾਲ ਇਹ ਫਰਕ ਪੈਂਦਾ ਕਿ ਤੁਹਾਡਾ ਬੋਡੀ ਦੁਬਾਰਾ ਟੋਨ ਹੋਣ ਲੱਗ ਜਾਂਦੀ ਹੈ, ਠੀਕ ਹੁੰਦੇ। ਤੇ ਇਹ ਚੀਜ਼ ਇੱਕ ਮੈਂ ਜ਼ਰੂਰ ਰეკਮੈਂਡ ਕਰਦੀ ਹਾਂ ਕਿ ਖਾਣ ਪਾਣ ਠੀਕ ਦਿਓ ਤੇ ਮਸਾਜ ਜ਼ਰੂਰ ਕਰਾਓ, ਉਹਦੇ ਨਾਲ ਫਰਕ ਪੈਂਦਾ। ਬਿਲਕੁਲ। ਹਾਂ, ਇੱਕ ਮੈਮ ਅੱਜ ਕੱਲ੍ਹ ਬਹੁਤ ਜ਼ਿਆਦਾ ਇਸ਼ੂ ਆ ਕਿ ਸੀ ਸੈਕਸ਼ਨਿੰਗ ਨੂੰ ਲੈ ਕੇ, ਜਦੋਂ ਕਹਿੰਦੇ ਨੇ ਕਿ ਉਹਦਾ ਸੀ ਸੈਕਸ਼ਨ ਹੋਇਆ, ਅੱਛਾ ਮਤਲਬ ਉਸ ਚੀਜ਼ ਨੂੰ ਬਹੁਤ ਵੱਡਾ ਇਸ਼ੂ ਮੰਨਿਆ ਜਾਂਦਾ। ਮੈਂ ਕਿਤੇ ਇੱਕ ਵਾਰੀ ਫੇਸਬੁੱਕ ਤੇ ਪੜ੍ਹ ਰਹੀ ਸੀ, ਕਿਸੇ ਨੇ ਇੱਕ ਪੋਇਮ ਸ਼ੇਅਰ ਕੀਤੀ ਤਾਂ ਉਹਦੇ ਵਿੱਚ ਲਿਖਿਆ ਕਿ ਅੱਜ ਕੱਲ੍ਹ ਯੋਧੇ ਕਿੱਥੋਂ ਬਣਦੇ ਨੇ, ਤਾਂ ਸੀ ਸੈਕਸ਼ਨ ਦੇ ਨਾਲ ਤਾਂ ਬੇਬੀ ਹੋ ਰਹੇ ਨੇ। ਮਤਲਬ ਇਹ ਵੀ ਇੱਕ ਔਰਤ ਦੀ ਕਮਜ਼ੋਰੀ ਗਿਣੀ ਗਈ ਆ ਕਿ ਤੁਸੀਂ ਨਾਰਮਲ ਡਿਲੀਵਰੀ ਨਹੀਂ ਦੇ ਪਾ ਰਹੇ ਹੈਗੇ ਤਾਂ ਤੁਸੀਂ ਸੀ ਸੈਕਸ਼ਨ ਦੇ ਨਾਲ ਬੱਚੇ ਲੈ ਰਹੇ ਹੋ। ਪਰ ਮੈਨੂੰ ਲੱਗਦਾ ਹੁੰਦਾ ਕਿ ਨਾਰਮਲ ਡਿਲੀਵਰੀ ਦੀ ਪੇਨ ਆ ਜਿਹੜੀ, ਉਹ ਇੱਕ ਟਾਈਮ ਦੀ ਪੇਨ ਆ, ਪਰ ਜਿਹੜੀ ਸੀ ਸੈਕਸ਼ਨ ਦੀ ਪੇਨ ਆ ਉਹ ਤੁਸੀਂ ਸਾਰੀ ਜ਼ਿੰਦਗੀ ਹੰਡਾਉਂਦੇ ਹੋ ਨਾ, ਇਮੋਸ਼ਨਲੀ ਵੀ ਹੈ ਨਾ। ਹਾਂ, ਕਿਉਂਕਿ ਤੁਸੀਂ ਬਹੁਤ ਛੇਤੀ ਜਿਹੜਾ ਆਫਟਰ ਡਿਲੀਵਰੀ ਜਦੋਂ ਤੁਹਾਡੇ ਕੋਲੇ ਬੱਚਾ ਆਉਂਦਾ ਵਾ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਉਹਦੀ ਟੇਕ ਕੇਅਰ ਕਰੋ, ਤੁਸੀਂ ਉਹਨੂੰ ਚੱਕੋ, ਉਹਦਾ ਨੈਪੀ ਜੇ ਉਹ ਸਾਰਾ ਕੁਝ ਤੁਸੀਂ ਕਰੋ। ਪਰ ਜਦੋਂ ਤੁਹਾਡਾ ਸੀ ਸੈਕਸ਼ਨ ਹੋਇਆ ਹੁੰਦਾ ਤਾਂ ਤੁਹਾਨੂੰ ਘੱਟੋ ਘੱਟ 8 ਦਿਨ ਚਾਹੀਦੇ ਹੁੰਦੇ ਨੇ ਕਿ ਤੁਸੀਂ ਵਿਦਆਊਟ ਸਪੋਰਟ ਉੱਠ ਸਕੋ, ਹੈ ਨਾ, ਕਿਸੇ ਦੀ। ਤਾਂ ਉਹ ਇਮੋਸ਼ਨਲੀ ਕਿੰਨੀ ਜ਼ਿਆਦਾ ਡਿਸਟਰਬ ਹੁੰਦੀ ਹੈ। ਮੈਨੂੰ ਲੱਗਦਾ ਹੁੰਦਾ ਕਿ ਸੀ ਸੈਕਸ਼ਨ ਬਹੁਤ ਜ਼ਿਆਦਾ ਮਤਲਬ ਔਖਾ ਕੰਮ ਆ, ਪਰ ਸਾਡੇ ਅੱਜ ਕੱਲ੍ਹ ਸੀ ਸੈਕਸ਼ਨ ਨੂੰ ਔਰਤਾਂ ਦੀ ਕਮਜ਼ੋਰੀ ਮੰਨਦੇ ਨੇ ਕਿ ਵੀ ਇਹਨਾਂ ਨੇ ਕਿੱਥੋਂ ਯੋਧੇ ਪੈਦਾ ਕਰ ਦੇਣੇ ਨੇ ਕਿ ਬੱਚੇ ਤਾਂ ਸੀ ਸੈਕਸ਼ਨ ਨਾਲ ਹੋ ਰਹੇ ਨੇ। ਇਹਦੇ ਤੇ ਵੀ ਮੈਂ ਬੋਲਣਾ ਚਾਹਾਂਗੀ, ਸੀ ਸੈਕਸ਼ਨ ਤੇ ਵੀ। ਪਹਿਲੀ ਗੱਲ, ਮੈਂ ਸੌਰੀ ਥੋੜਾ ਐਗਜ਼ਾਮਪਲ ਦੇ ਰਹੀ ਹਾਂ, ਮਤਲਬ ਥੋੜਾ ਅਲੱਗ ਐਗਜ਼ਾਮਪਲ ਹੈ। ਜਿਵੇਂ ਡੰਗਰਾਂ ਦੇ ਬੱਚੇ ਹੁੰਦੇ ਆ, ਹੈ ਨਾ, ਪਿੰਡਾਂ 'ਚ ਤਾਂ ਦੇਖਿਆ ਹੀ ਹੈ ਲੋਕਾਂ, ਸਭ ਕੋਲ ਆਪਣੇ ਗਾਵਾਂ ਮੱਝਾਂ ਹੈ ਨਾ, ਕੁੱਤੇ ਵੀ ਪਾਲੇ ਹੋਏ ਆ ਸਭ, ਤੇ ਆਪਣੇ ਅੱਖੀ ਦੇਖਦੇ ਹੋਣੇ ਆ ਕਿਵੇਂ ਬੱਚੇ ਪੈਦਾ ਹੁੰਦੇ ਆ, 8-8 10-10 ਬੱਚੇ ਪੈਦਾ ਹੁੰਦੇ ਉਹਨਾਂ ਦੇ। ਉਹ ਨੇਚਰ ਆਪਣੇ ਆਪ ਉਹਨਾਂ ਦਾ ਧਿਆਨ ਰੱਖਦੀ, ਉਹ ਵੀ ਆਪਣਾ ਧਿਆਨ ਆਪ ਰੱਖ ਲੈਂਦੇ ਆ। ਇਨਸਾਨ ਵੀ ਕਿਸੇ ਜ਼ਮਾਨੇ 'ਚ ਜਦੋਂ 8-8 10-10 ਬੱਚੇ ਇੱਕ ਪਰਿਵਾਰ 'ਚ ਹੁੰਦੇ ਸੀ, ਤੇ ਉਨੀ ਉਹ ਨਹੀਂ ਸੀ ਹੁੰਦੀ, ਮਤਲਬ ਸਟ੍ਰੈਸ ਕਹਿ ਲਓ ਜਾਂ ਫਿਕਰ ਨਹੀਂ ਸੀ ਹੁੰਦੀ। ਬੱਚਾ ਹੋ ਗਿਆ, ਚਲੋ ਡਿਲੀਵਰੀ ਹੋ ਗਈ, ਘਰੇ ਡਿਲੀਵਰੀ ਹੋ ਗਈ, ਦਾਈ ਬੁਲਾ ਲਈ, ਹੈ ਨਾ, ਤੇ ਬਥੇਰੀਆਂ ਡੈਥਸ ਵੀ ਹੁੰਦੀਆਂ ਸੀ, ਇਮੀਡੀਏਟਲੀ ਨਿਊ ਬੋਰਨ ਬੇਬੀਜ਼ ਦੀਆਂ ਡੈਥਸ ਵੀ ਹੁੰਦੀਆਂ ਸੀ, ਪਰ ਉਹਨਾਂ ਨੂੰ ਲਾਈਟਲੀ ਲਿਆ ਜਾਂਦਾ ਸੀ ਕਿਉਂਕਿ ਅੱਛਾ ਫਿਰ ਪ੍ਰੈਗਨੈਂਟ ਹੋ ਜਾਓ, ਫਿਰ ਕੀ ਹੈ, ਤੇ ਫਿਰ ਬੱਚਾ ਹੋ ਗਿਆ। ਤੇ ਇਸ ਲਈ ਉਹਦੀ ਇੰਨੀ ਇੰਪੋਰਟੈਂਸ ਨਹੀਂ ਸੀ ਉਸ ਜ਼ਮਾਨੇ 'ਚ ਹੁੰਦੀ। ਤੇ ਨਾਰਮਲ ਡਿਲੀਵਰੀਆਂ 'ਚ ਬੱਚੇ ਮਰਦੇ ਵੀ ਬਹੁਤ ਸੀ, ਕਿਉਂਕਿ ਬੱਚੇ ਲਈ ਵੀ ਸਟ੍ਰੈਸ ਹੈ ਨਾਰਮਲ ਡਿਲੀਵਰੀ 'ਚ ਬਾਹਰ ਆਉਣ ਦੀ। ਕਿਉਂਕਿ ਅਸੀਂ ਵੀ ਆਪਣੇ ਘਰਾਂ 'ਚ ਆਮ ਸੁਣਦੇ ਹਾਂ ਕਿ ਤੇਰੀ ਭੂਆ ਤੋਂ 3 ਵੱਡੇ ਤੇਰੇ ਤਾਏ ਵੀ ਸੀਗੇ, ਵੀ ਉਹਨਾਂ ਦੀ ਡੈਥ ਹੋ ਗਈ ਸੀ। ਬਿਲਕੁਲ ਬਿਲਕੁਲ। ਸਾਡੇ ਪਰਿਵਾਰ 'ਚ ਮੇਰੇ ਫਾਦਰ ਦੇ, ਮਾਈ ਫਾਦਰ ਵਾਸ ਚੌਥੇ ਸੀਗੇ ਉਹ, ਉਸ ਤੋਂ ਪਹਿਲੇ 3 ਬੱਚਿਆਂ ਦੀ ਡੈਥ ਹੋ ਗਈ ਸੀ। ਮੇਰੀ ਦਾਦੀ ਦੇ 13 ਬੱਚੇ ਸੀਗੇ ਤੇ 3 ਦੀ ਡੈਥ ਹੋ ਗਈ ਤੇ 10 ਸਰਵਾਈਵ ਕੀਤੇ। ਤਾਂ ਉਹ ਕਿਉਂਕਿ ਉਸ ਮਾਹੌਲ 'ਚ ਇੱਦਾਂ ਹੀ ਲੋਦੋਂ ਲਾਈਫ ਚੱਲਦੀ ਸੀ। ਪਰ ਹੁਣ ਜਦ ਬੱਚਾ ਹੀ 1 ਜਾਂ 2 ਕਰਨਾ, ਪਹਿਲੀ ਗੱਲ। ਦੂਸਰੀ ਗੱਲ, ਡਾਕਟਰ ਵੀ ਹੁਣ ਡਰਨ ਲੱਗ ਗਏ ਆ ਕਿ ਜੇ ਬੇਬੀ ਨੂੰ ਕੁਝ ਹੋ ਗਿਆ ਡਿਲੀਵਰੀ ਦੇ ਟਾਈਮ, ਜਦੋਂ ਆਪਣੀ ਡਿਲੀਵਰੀ ਨਾਰਮਲ ਹੋ ਰਹੀ ਹੈ, ਬੱਚੇ ਦੇ weight ਅੱਛਾ ਹੁੰਦਾ ਹੈ, 3-3.5 ਕਿਲੋ ਤੱਕ ਦਾ ਇੱਕ ਬੇਬੀ ਹੁੰਦਾ ਹੈ, ਡਾਇਟ ਅੱਛੀ ਖਿਲਾਉਂਦੇ, ਅੱਜ ਕੱਲ੍ਹ ਸਭ ਅਵੇਅਰ ਹੈ, ਸਮਝਦੇ ਆ, ਤੇ ਕੋਈ ਲੂਜ਼ ਨਹੀਂ ਕਰਨਾ ਚਾਹੁੰਦਾ ਉਸ ਬੇਬੀ ਨੂੰ। ਬਿਲਕੁਲ, ਨਾ ਡਾਕਟਰ ਚਾਹੁੰਦਾ ਕਿ ਬੇਬੀ ਨੂੰ ਨੁਕਸਾਨ ਪਹੁੰਚੇ, ਨਾ ਫੈਮਿਲੀ ਚਾਹੁੰਦੀ ਹੈ। ਫਿਰ ਨੀਕੂ ਵਾਰਡ ਜਾਓ, ਨੀਕੂ ਵਾਰਡ ਦੇ ਇੰਨੇ ਖਰਚੇ, ਪਰ ਡੇ ਤੁਹਾਡਾ 15,000 ਦਾ ਖਰਚਾ ਹੋ ਰਿਹਾ। ਤੇ ਬੱਚੇ ਹੁਣ ਬਹੁਤ ਪ੍ਰੈਸ਼ੀਅਸ ਹੋ ਗਏ ਆ, ਪਹਿਲੇ ਪ੍ਰੈਸ਼ੀਅਸ ਨਹੀਂ ਸੀ ਹੁੰਦੇ, ਹੈ ਨਾ। ਪਹਿਲੇ ਹੁੰਦਾ ਸੀ ਇੱਕ ਹੋਇਆ ਕੋਈ ਨਹੀਂ ਦੂਜਾ ਹੋ ਜਾਊ, ਕੋਈ ਨਹੀਂ ਤੀਜਾ ਹੋ ਜਾਊ, ਬਾਅਦ 'ਚ ਹੋ ਜਾਊਗਾ। ਤੇ ਦੈਟ ਇਜ਼ ਦ ਡਿਫਰੈਂਸ। ਤੇ ਇਸ ਲਈ ਸੀ ਸੈਕਸ਼ਨ ਕਰਨਾ ਸਾਡੀ ਮਜਬੂਰੀ ਕਹਿ ਲਓ, ਸਾਡੀ ਜ਼ਰੂਰਤ ਕਹਿ ਲਓ, ਤੇ ਸੀ ਸੈਕਸ਼ਨ ਤੋਂ ਘਬਰਾਉਣਾ ਨਹੀਂ ਚਾਹੀਦਾ।
ਇਹਦੇ 'ਚ ਕੋਈ ਕਮੀ ਨਹੀਂ ਹੈ। ਇਹ ਨਹੀਂ ਕਿ ਉਹ ਲੇਡੀ 'ਚ ਕਮੀ ਹੈ, ਇਹ ਇਸ ਲਈ ਕਿਉਂਕਿ ਸਾਡੀ ਸੁਸਾਇਟੀ 'ਚ ਕਮੀ ਆ ਗਈ ਹੈ। ਬੱਚੇ ਘੱਟ ਪੈਦਾ ਹੋ ਰਹੇ ਹੈ ਤੇ ਪੋਪੂਲੇਸ਼ਨ ਕੰਟਰੋਲ ਵੀ ਰੱਖਣੀ ਹੈ। ਇਹ ਵੀ ਨਹੀਂ ਕਹਿ ਸਕਦੇ ਵੀ 10-10 ਬੱਚੇ ਪੈਦਾ ਕਰ ਲਓ, ਹੈ ਨਾ। ਤੇ ਸੀ ਸੈਕਸ਼ਨ ਦਾ ਮਤਲਬ ਇਹ ਨਹੀਂ ਹੁੰਦਾ, ਸਗੋਂ ਸੀ ਸੈਕਸ਼ਨ 'ਚ ਤਾਂ ਤਕਲੀਫ ਜ਼ਿਆਦਾ ਹੈ। ਬਿਲਕੁਲ। ਤੇ ਯੋਧਾ ਕੋਈ ਜਨਮ ਲੈ ਕੇ ਥਰੂ ਦਾ ਵਜਾਈਨਲ ਰੂਟ ਜਨਮ ਲੈ ਕੇ ਨਹੀਂ ਬਣਦੇ, ਉਹ ਪਰਵਰਿਸ਼ ਨਾਲ ਬਣਦੇ, ਮਾਹੌਲ ਨਾਲ ਬਣਦੇ। ਬਿਲਕੁਲ। ਇੱਕ ਜਿਹੜੀ ਆ ਮੈਂ ਚਾਹੂੰਗੀ ਕਿ ਤੁਸੀਂ ਉਹਨਾਂ ਲੇਡੀਜ਼ ਦੇ ਲਈ ਅਸੀਂ ਗੱਲ ਕਰੀਏ ਕਿ ਜਦੋਂ ਜਿਵੇਂ ਤੁਸੀਂ ਕਿਹਾ ਕਿ ਜਦੋਂ ਬੱਚੇ ਨੂੰ ਜਨਮ ਦਿੰਦੀ ਆ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਉਹਦੇ ਲਈ ਬਦਲ ਜਾਂਦੀਆਂ ਨੇ ਕਿ ਤਾਂ ਇੱਕ ਬੱਚੇ ਦੇ ਨਾਲ ਉਹਦਾ ਵੀ ਦੁਬਾਰਾ ਜਨਮ ਹੁੰਦਾ ਹੈ ਨਾ। ਬਿਲਕੁਲ। ਤੇ ਉਹਦੇ ਜਿਹੜੇ ਰਿਲੇਸ਼ਨਸ ਨੇਗੇ ਉਹ ਹਸਬੈਂਡ ਦੇ ਨਾਲ ਵੀ ਥੋੜੇ ਬਦਲ ਜਾਂਦੇ ਨੇਗੇ ਕਿਉਂਕਿ ਪੂਰੀ ਟਾਈਮ ਐਂਡ એનર્ਜੀ ਜਿਹੜੀ ਉਹ ਬੱਚੇ ਤੇ ਆ ਜਾਂਦੀ ਆ। ਪਰ ਕਦੇ ਕਦੇ ਉਸ ਚੀਜ਼ ਨੂੰ ਲੈ ਕੇ ਫਰਸਟ੍ਰੇਟ ਵੀ, ਮੈਂ ਆਪਣੇ ਐਕਸਪੀਰੀਅੰਸ ਤੋਂ ਗੱਲ ਕਰਦੀ ਹਾਂ ਨਾ, ਕਿ ਕਦੇ ਕਦੇ ਅਸੀਂ ਉਸ ਚੀਜ਼ ਨੂੰ ਲੈ ਕੇ ਫਰਸਟ੍ਰੇਟ ਵੀ ਹੋ ਜਾਂਦੇ ਆ ਵੀ ਇਹਦੇ ਬੱਚੇ ਦੇ ਆਉਣ ਨਾਲ ਸਾਰਾ ਕੁਝ ਇੰਨਾ ਕੁਝ ਕਿਵੇਂ ਚੇਂਜ ਹੋ ਗਿਆ। ਪਰ ਬੱਚਾ ਉਸ ਚੀਜ਼ ਲਈ ਕਸੂਰਵਾਰ ਆ, ਇਹ ਵੀ ਅਸੀਂ ਮੰਨਣ ਲਈ ਤਿਆਰ ਨਹੀਂ ਹੈਗੇ। ਇਹ ਬਹੁਤ ਨੈਚੁਰਲ ਆ, ਇਹ ਹੋਣਾ ਹੀ ਹੋਣਾ। ਪਰ ਉਸ ਟਾਈਮ ਦੇ ਉੱਪਰ ਅਸੀਂ ਪੋਜ਼ਿਟਿਵ ਕਿੱਦਾਂ ਰਹਿ ਸਕਦੇ ਹਾਂ, ਮੈਂ ਚਾਹੂੰਗੀ ਕਿ ਤੁਸੀਂ ਇਹਦੇ ਉੱਪਰ ਜ਼ਰੂਰ ਗੱਲ ਕਰੋ। ਹਾਂਜੀ, ਦੇਖੋ ਇੰਟੀਮੇਟ ਰਿਲੇਸ਼ਨ ਜਿਹੜੇ ਆਪਸ ਦੇ ਰਿਸ਼ਤਾ ਜਿਹੜਾ ਹੈਗਾ ਮੀਆਂ ਬੀਬੀ ਦਾ, ਉਹਦਾ ਬੇਸਿਸ ਹੈ ਮੈਰਿਜ ਦਾ, ਠੀਕ ਹੈ, ਫਿਜ਼ੀਕਲ ਰਿਲੇਸ਼ਨ ਹੈ ਜਿਹੜਾ। ਤੇ ਜਦੋਂ ਬੇਬੀ ਹੁੰਦਾ ਤਾਂ ਪਹਿਲੇ ਤਾਂ 9 ਮਹੀਨੇ ਵੈਸੇ ਹੀ ਨਿਕਲ ਜਾਂਦੇ ਆ। ਫਿਰ ਡਿਲੀਵਰੀ ਤੋਂ ਬਾਅਦ ਪਹਿਲੀ ਗੱਲ ਤਾਂ ਹਾਰਮੋਨ ਸਾਰੇ ਫਾਲ ਕਰ ਗਏ, ਵੈਸੇ ਹੀ ਲੇਡੀ ਦਾ ਜੀ ਨਹੀਂ ਕਰਦਾ ਕਿਉਂਕਿ ਉਹ ਬੱਚੇ ਨਾਲ ਬਿਜ਼ੀ ਹੈ, ਪਲੱਸ ਉਹਦੇ ਹਾਰਮੋਨਸ, ਪਲੱਸ ਉਹਦਾ ਇਮੋਸ਼ਨਲ ਮੈਂਟਲ ਸਟੇਟ ਸਾਰਾ ਹਿੱਲਿਆ ਹੁੰਦਾ। ਇਸ ਟਾਈਮ ਤੇ ਸਭ ਤੋਂ ਜ਼ਰੂਰੀ ਹੈ ਜਿਹੜੇ ਫਾਦਰਸ ਹੈ ਬੱਚੇ ਦੇ, ਮਤਲਬ ਜਿਹੜੇ ਹਸਬੈਂਡ ਹੈ, ਉਹਦਾ ਰੋਲ ਬਹੁਤ ਇੰਪੋਰਟੈਂਟ ਹੈ। ਉਹਨਾਂ ਨੂੰ ਪਹਿਲੀ ਗੱਲ ਤਾਂ ਥੋੜਾ ਜਿਹਾ ਸਬਰ ਰੱਖਣਾ ਚਾਹੀਦਾ। ਬਿਲਕੁਲ। ਪਲੱਸ ਉਹਨਾਂ ਨੂੰ ਵਾਈਫ ਨੂੰ ਖੁਸ਼ ਵੀ ਰੱਖਣਾ ਚਾਹੀਦਾ। ਉਹਦੇ ਲਈ ਤਰੀਕੇ ਟਿਪਸ ਅਸੀਂ ਛੋਟੇ ਛੋਟੇ ਦਿੰਦੇ ਆ। ਇਹ ਕਹਿੰਦੇ ਆ ਵੀ ਤੁਸੀਂ ਬੇਬੀ ਜਦੋਂ ਸੋ ਗਿਆ ਜਾਂ ਤੁਸੀਂ ਆਪਣੀ ਮਦਰ ਨੂੰ ਫੜਾ ਦਿਓ ਬੱਚਾ ਥੋੜੇ 2 ਘੰਟੇ 4 ਘੰਟੇ, ਹੈ ਨਾ, ਸੰਭਾਲ ਲੈਣਗੇ ਜਦੋਂ ਸੁੱਤਾ ਹੈ ਬੇਬੀ। ਉਸ ਲਈ ਥੋੜੇ ਪਲੇਫੁਲ ਹੋ ਜਾਓ ਵਾਈਫ ਨਾਲ ਨਾ, ਥੋੜਾ ਸ਼ਰਾਰਤਾਂ ਕਰੋ, ਥੋੜਾ ਉਹਨੂੰ ਹਸਾਓ, ਥੋੜਾ ਉਹਨੂੰ ਖੁਸ਼ ਰੱਖੋ, ਉਹਨੂੰ ਫਿਜ਼ੀਕਲ ਹੋਣ ਦੀ ਕੋਸ਼ਿਸ਼ ਕਰੋ। ਜ਼ਬਰਦਸਤੀ ਤਾਂ ਕੋਈ ਨਹੀਂ ਕਰਨੀ, ਪਰ ਉਹਨੂੰ ਇੰਟੀਮੇਸੀ ਦੇ ਵੱਲ ਲਿਆਉਣ ਲਈ ਨਵੇਂ ਤਰੀਕੇ ਲੱਭੋ। ਬਿਲਕੁਲ, ਹੈ ਨਾ। ਤੁਸੀਂ ਇਹ ਸੋਚੋ ਕਿ ਤੁਸੀਂ ਆਪਣਾ ਰੋਮਾਂਸ ਦੁਬਾਰਾ ਰਿਵਾਈਵ ਕਰਨਾ ਹੈ। ਹੁਣ ਇੱਕ ਨਿਊ ਲੇਡੀ ਹੈ ਤੁਹਾਡੀ ਲਾਈਫ 'ਚ। ਬਿਲਕੁਲ। ਕਿਉਂਕਿ ਜਦੋਂ ਉਹ ਮਦਰ ਬਣ ਜਾਂਦੀ ਹੈ, ਇੱਕ ਤਾਂ ਬੋਡੀ ਚੇਂਜ ਬਹੁਤ ਹੋ ਜਾਂਦੀ ਹੈ ਨਾ, ਬੋਡੀ ਦਾ ਸਟਰਕਚਰ ਚੇਂਜ ਹੋ ਜਾਂਦਾ ਹੈ। ਤੇ ਮੈਂ ਕਈ ਲੋਕਾਂ ਤੋਂ ਮੈਂ ਸੁਣਿਆ, ਆਉਂਦੇ ਆ ਜਦੋਂ ਸਾਡੇ ਕੋਲ ਪੇਸ਼ੈਂਟ ਡਿਲੀਵਰੀ ਤੋਂ ਬਾਅਦ, ਤੇ ਕਈ ਵਾਰੀ ਕਾਉਂਸਲਿੰਗ ਜਦੋਂ ਕਰਦੇ ਆ ਤਾਂ ਹਸਬੈਂਡ ਕਹਿੰਦੇ ਨਹੀਂ ਹੁਣ ਬਿਲਕੁਲ ਅਟਰੈਕਟਿਵ ਨਹੀਂ ਰਹੀ ਮੇਰੀ ਵਾਈਫ। ਤੇ ਮੈਂ ਕਹਿੰਦੀ ਆ ਇਹ ਤੁਹਾਡੀ ਗੱਲ ਬੜੀ ਗਲਤ ਹੈ। ਮੈਂ ਕਈ ਵਾਰ ਤਾਂ ਮੈਂ ਮੂੰਹ ਤੇ ਕਹਿ ਦਿੰਦੀ ਹਾਂ ਤੁਹਾਡੀ ਇੰਨੀ ਧੁੰਦ ਨਿਕਲੀ ਹੈ, ਤੁਹਾਡੀ ਵਾਈਫ ਨੇ ਕਿਹਾ ਕਦੀ ਤੁਹਾਨੂੰ ਤੁਸੀਂ ਅਟਰੈਕਟਿਵ ਨਹੀਂ ਰਹੇ। ਤੇ ਉਹਨੇ ਤਾਂ ਫਿਰ ਮਦਰਹੁੱਡ ਕੈਰੀ ਕੀਤਾ, ਉਹਨੇ ਬੇਬੀ ਕੈਰੀ ਕੀਤਾ, ਤੁਹਾਨੂੰ ਫਾਦਰ ਹੋਣ ਦਾ ਇੱਕ ਆਨਰ ਦਿੱਤਾ ਹੈ। ਯੈਸ। ਤੇ ਮੈਂ ਕਿਹਾ ਤੁਸੀਂ ਇਹਨੂੰ ਇਸ ਤਰ੍ਹਾਂ ਨਾ ਲਓ, ਵਿਦ ਟਾਈਮ ਬੋਡੀ ਵੀ ਸ਼ੇਪ 'ਚ ਆ ਜਾਏਗੀ। ਪਹਿਲੀ ਗੱਲ ਸਾਡੀ ਸੁਸਾਇਟੀ 'ਚ ਇੱਕ ਤਾਂ ਬੋਡੀ ਸ਼ੇਮਿੰਗ ਬਹੁਤ ਜ਼ਿਆਦਾ ਕਿ ਮੋਟੀ ਹੈ, ਤੂੰ ਮੋਟੀ ਹੋ ਗਈ, ਤੂੰ ਪਤਲੀ ਹੋ ਗਈ, ਤੂੰ ਲਿੱਸੀ ਹੋ ਗਈ। ਬਸ ਹਰ ਪਹਿਲੀ ਗੱਲ ਇਹੀ ਕਹਿਣੀ ਲੋਕਾਂ ਨੇ, ਮਿਲਣਗੇ ਸਤਿ ਸ੍ਰੀ ਅਕਾਲ ਬਾਅਦ 'ਚ ਬੁਲਾਉਣਗੇ, ਕੀ ਗੱਲ ਹੋ ਗਿਆ ਤੂੰ ਮੋਟੀ ਹੋ ਗਈ, ਕੀ ਗੱਲ ਹੋ ਗਈ ਤੂੰ ਪਤਲੀ ਹੋ ਗਈ। ਇਹ ਚੀਜ਼ ਬੰਦ ਹੋਣੀ ਚਾਹੀਦੀ। ਬਿਲਕੁਲ। ਕਿਉਂਕਿ ਸਭ ਦੀ ਆਪਣੀ ਬੋਡੀ ਹੈ, ਸਭ ਦੇ ਆਪਣੇ ਇਸ਼ੂਜ਼ ਹੈ, ਕਿਸੇ ਨੂੰ ਕੀ ਪ੍ਰੋਬਲਮ ਹੈ ਸਾਨੂੰ ਨਹੀਂ ਪਤਾ, ਹੈ ਨਾ। ਬਿਲਕੁਲ। ਮੈਂ ਤੁਹਾਡੀ ਗੱਲ ਨੂੰ ਅੱਗੇ ਜੇ ਕੰਟੀਨਿਊ ਕਰਾਂ ਤਾਂ ਇੱਕ ਵਾਰੀ ਮੇਰੇ ਵਿਆਹ ਨੂੰ ਹਲੇ ਥੋੜ੍ਹਾ ਹੀ ਟਾਈਮ ਹੋਇਆ ਸੀਗਾ, ਤਾਂ ਅਸੀਂ ਬਾਹਰ, ਮੈਂ ਆਪਣੀ ਇੱਕ ਫਰੈਂਡ ਨੂੰ ਮਿਲੀ ਤੇ ਉਸ ਟਾਈਮ ਉਹਦੇ 2 ਬੱਚੇ ਸੀਗੇ ਕਿਉਂਕਿ ਉਹਨਾਂ ਦਾ ਵਿਆਹ ਥੋੜ੍ਹਾ ਪਹਿਲਾਂ ਹੋ ਗਿਆ ਸੀਗਾ। ਤਾਂ ਉਹਦੇ ਹਸਬੈਂਡ ਮੇਰੇ ਵੱਲ ਇਸ਼ਾਰਾ ਕਰਕੇ ਕਹਿੰਦੇ ਵੀ ਇਹਨਾਂ ਨੂੰ ਦੇਖ, ਤੂੰ ਆਪਣੇ ਆਪ ਨੂੰ ਦੇਖ। ਮੇਰੀ ਫਰੈਂਡ ਦੇ ਜਵਾਬ ਦੇਣ ਤੋਂ ਪਹਿਲਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਇਹ 2 ਬੱਚਿਆਂ ਦੀ ਮਦਰ ਆ, ਮੇਰੇ ਹਲੇ ਇੱਕ ਵੀ ਹੈ ਨਹੀਂਗਾ, ਮੈਂ ਹਲੇ ਜਸਟ ਨਿਊਲੀ ਮੈਰਿਡ ਹੈ ਨਾ। ਮਤਲਬ ਕਿ ਉਹ ਚੀਜ਼ ਇੱਕ ਲੇਡੀ ਨੂੰ ਕਿੰਨਾ ਜ਼ਿਆਦਾ ਸਟ੍ਰੈਸ ਦਿੰਦੀ ਆ, ਮੈਂਟਲੀ ਉਹਨੂੰ ਕਿੰਨਾ ਜ਼ਿਆਦਾ ਅਫੈਕਟ ਕਰੂਗੀ, ਦਿਮਾਗ ਤੇ ਉਹਦੇ ਦਿਲ ਤੇ ਕਿੰਨਾ ਅਸਰ ਪਾਊਗੀ। ਅਸੀਂ ਇਹ ਸਾਰੀਆਂ ਚੀਜ਼ਾਂ ਬਿਨਾਂ ਸੋਚੇ ਉਹਦੀ ਬੋਡੀ ਤੇ ਕਮੈਂਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਇਹ ਨਹੀਂ ਸੋਚ ਰਹੇ ਕਿ ਉਹਦੇ ਲਈ ਇਮੋਸ਼ਨਲੀ, ਪ੍ਰੈਕਟੀਕਲੀ, ਫਿਜ਼ੀਕਲੀ ਕਿੰਨਾ ਸਾਰਾ ਕੁਝ ਚੇਂਜ ਹੋ ਗਿਆ ਇੱਕ ਬੱਚੇ ਨੂੰ ਬਰਥ ਦੇਣ ਤੋਂ ਬਾਅਦ। ਦੇਖੋ ਹੁਣ ਸਾਡਾ ਹਰ ਕੋਈ ਤਾਂ ਕਰੀਨਾ ਕਪੂਰ ਬਣ ਨਹੀਂ ਨਾ ਸਕਦਾ ਵੀ ਪੂਰਾ ਟਾਈਮ, ਪਹਿਲੇ ਤਾਂ ਡਿਲੀਵਰੀ ਹੋ ਗਈ, ਫਿਰ ਉਸ ਤੋਂ ਬਾਅਦ ਪੂਰਾ ਟਾਈਮ ਤੁਸੀਂ ਜਿਮ ਕਰ ਲਓ, ਘਰ ਬੁਲਾ ਲਓ, ਪਾਵਰ ਯੋਗਾ ਕਰ ਲਓ, ਨਹੀਂ ਕਰ ਸਕਦੇ। ਅਸੀਂ ਖਾਣਾ ਵੀ ਬਣਾਉਣਾ ਹੈ, ਅਸੀਂ ਘਰ ਦਾ ਕੰਮ ਵੀ ਕਰਨਾ ਹੈ, ਅਸੀਂ ਨੈਪੀਜ਼ ਵੀ ਧੋਣੇ ਆ, ਸਭ ਕੁਝ ਕਰਨਾ ਹੈ ਨਾ। ਸਾਡੇ ਲਾਈਫ ਸਟਾਈਲ, ਨਾਰਮਲ ਇਨਸਾਨ ਦੀ ਲਾਈਫ ਸਟਾਈਲ ਤਾਂ ਇਹੀ ਹੈ। ਤੇ ਗ੍ਰੈਜੂਅਲੀ ਬੋਡੀ ਸ਼ੇਪ 'ਚ ਆਉਂਦੀ ਹੈ, ਉਹ ਗੱਲ ਅਲੱਗ ਹੈ। ਪਰ ਜਿਹੜਾ ਇਹ ਤੁਸੀਂ ਗੱਲ ਕਹੀ ਕਿ ਉਹਨਾਂ ਮਤਲਬ ਕੰਪੇਅਰ ਕੀਤਾ, ਕੰਪੈਰੀਜ਼ਨ ਬਿਲਕੁਲ ਨਹੀਂ ਹੋਣਾ ਚਾਹੀਦਾ, ਹੈ ਨਾ। ਤੇ ਬੋਡੀ ਨੂੰ
ਸ਼ੇਪ 'ਚ ਲਿਆਉਣਾ ਆਪਣੀ ਹੈਲਥ ਲਈ ਜ਼ਰੂਰੀ ਹੈ, ਬਿਲਕੁਲ ਦੈਟ ਇਜ਼ ਟਰੂ, ਬਟ ਨਾਟ ਕਿ ਲੋਕੀ ਕੀ ਕਹਿਣਗੇ ਲੋਕਾਂ ਸਾਹਮਣੇ। ਮੈਂ ਇੱਕ ਮੈਨੂੰ ਹੋਰ ਐਗਜ਼ਾਮਪਲ ਯਾਦ ਆਇਆ, ਸਾਡੇ ਕੋਈ ਨੋਨ ਸੀਗੇ ਤੇ ਉਹ ਲੇਡੀ ਨੇ ਆਉਣਾ ਸੀ ਇੱਥੇ ਕਿਸੇ ਕੰਮ, ਤੇ ਮੈਂ ਕਿਹਾ ਮਿਲ ਜਾਇਓ ਆ ਕੇ, ਦੱਸੋ ਮੈਂ ਜਾਂ ਮੈਂ ਆ ਕੇ ਮਿਲ ਜਾਊਂਗੀ। ਕਹਿੰਦੀ ਨਹੀਂ ਨਹੀਂ ਮੈਂ ਪ੍ਰੈਗਨੈਂਟ ਆ, ਮੈਂ ਨਹੀਂ ਮਿਲਣਾ ਚਾਹੁੰਦੀ। ਮੈਂ ਕਿਹਾ ਇਹਦੇ 'ਚ ਕੀ ਗੱਲ ਹੋ ਗਈ ਮਿਲਣ? ਨਹੀਂ ਨਹੀਂ ਅੱਛਾ ਨਹੀਂ ਲੱਗਦਾ, ਮੇਰਾ ਇੰਨਾ ਪੇਟ ਦਿਖਦਾ ਪਿਆ, ਮੈਂ ਨਹੀਂ ਮਿਲਣਾ। ਮਤਲਬ ਆਈ ਵਾਜ਼ ਸ਼ੌਕਡ। ਥੋੜ੍ਹਾ ਜਿਹਾ ਜਿਹੜਾ ਸਾਡੀ ਸੁਸਾਇਟੀ 'ਚ, ਮੈਂ ਇੱਕ ਯੰਗ ਜਨਰੇਸ਼ਨ ਜਿਹੜੀ ਅੱਜ ਦੀ ਹੈ, ਮੈਂ ਫ਼ਰਕ ਦੇਖਿਆ ਹੁਣ ਆਇਆ, ਉਹ ਨਾ ਹੁਣ ਮਦਰਹੁੱਡ ਨੂੰ ਮਨਾਉਣ ਲੱਗ ਗਏ ਆ, ਸੈਲੀਬ੍ਰੇਟ ਮਦਰਹੁੱਡ ਅਸੀਂ ਕਹਿੰਦੇ ਹਾਂ ਨਾ, ਮਤਲਬ ਸਪੈਸ਼ਲ ਫੋਟੋ ਸ਼ੂਟ ਕਰਨਗੇ, ਕੱਪੜੇ ਬਦਲ ਕੇ ਆਪਣਾ ਬੇਬੀ ਬੰਪ ਦਿਖਾਣਗੇ। ਇਹ ਮੈਨੂੰ ਫਿਰ ਵੀ ਹੈਲਦੀ ਲੱਗਦਾ ਕਿ ਤੁਸੀਂ ਉਹਨੂੰ ਸੈਲੀਬ੍ਰੇਟ ਕਰ ਰਹੇ ਹੋ। ਕੱਲ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਵੀ ਦਿਖਾਓਗੇ ਵੀ ਦੇਖੋ ਮੈਂ ਇੱਦਾਂ ਪ੍ਰੈਗਨੈਂਟ ਸੀ, ਮੈਂ ਇੱਦਾਂ ਦੀ ਸੀਗੀ। ਸੋ ਸਭ ਕੁਝ ਕਰੋ ਜੋ ਤੁਹਾਡਾ ਦਿਲ ਕਰਦਾ ਹੈ, ਖਾਓ ਪੀਓ, ਇੰਜੋਏ ਕਰੋ ਲਾਈਫ ਨੂੰ। ਪੀਣ ਵਿੱਚ ਮਤਲਬ ਸਿਰਫ ਇੱਕ ਦਾਰੂ ਨਹੀਂ ਪੀਣੀ, ਸਿਗਰਟ ਨਹੀਂ ਪੀਣੀ, ਪਰ ਲਾਈਫ ਨੂੰ ਇੰਜੋਏ ਕਰੋ ਤੇ ਆਪਣਾ ਮਦਰਹੁੱਡ ਨੂੰ ਸੈਲੀਬ੍ਰੇਟ ਕਰੋ। ਬਿਲਕੁਲ। ਇੱਕ ਚੀਜ਼ ਹੋ ਰਿਹਾ ਕਿ ਜਦੋਂ ਮੰਨ ਲਓ ਕਿਉਂਕਿ ਅੱਜ ਕੱਲ੍ਹ ਤਾਂ ਡਿਲੀਵਰੀ ਸਾਰੀਆਂ ਹਸਪੀਟਲ ਦੇ ਵਿੱਚ ਹੀ ਹੁੰਦੀਆਂ ਨੇਗੀਆਂ, ਤਾਂ ਮੈਨੂੰ ਜੋ ਚੀਜ਼ ਮੈਂ ਉਸ ਟਾਈਮ ਆਪਣੀ ਡਿਲੀਵਰੀ ਟਾਈਮ ਫੀਲ ਕੀਤੀ ਸੀ, ਮੈਨੂੰ ਸੀਗਾ ਕਿ ਇੱਕ ਨਿਊਲੀ ਜਿਹੜੀ ਇੱਕ ਨਵੀਂ ਮਦਰ ਆ, ਜਿਹਨੇ ਹੁਣੇ ਹਲੇ ਇੱਕ ਬੱਚੇ ਨੂੰ ਜਨਮ ਦਿੱਤਾ, ਸਡਨਲੀ ਸਾਰਾ ਕੁਝ ਉਹਦੇ ਲਈ ਬਦਲ ਗਿਆ, ਤਾਂ ਉਹਨੂੰ ਥੋੜ੍ਹੀ ਸਪੇਸ ਜ਼ਰੂਰ ਮਿਲਣੀ ਚਾਹੀਦੀ ਆ। ਜਦੋਂ ਆਪਣੇ ਪਤਾ ਲੱਗਦਾ ਕਿ ਕਿਸੇ ਦੇ ਬੱਚਾ ਹੋਇਆ, ਤਾਂ ਜਿਹੜੇ ਆਪਣੇ ਰਿਲੇਟਿਵ ਨੇ ਉਹ ਹਸਪੀਟਲ ਦੇ ਵਿੱਚ ਹੀ ਆਉਣਾ ਸ਼ੁਰੂ ਕਰ ਦਿੰਦੇ ਨੇ, ਫਿਰ ਉਹ ਘਰ ਆਉਣਾ ਸ਼ੁਰੂ ਕਰ ਦਿੰਦੇ ਨੇ। ਜਦ ਕਿ ਮੈਂ ਮਹਿਸੂਸ ਕੀਤਾ ਕਿ ਉਸ ਟਾਈਮ ਉਹ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਜਿਹੜੀ ਇੱਕ ਮਦਰ ਆ ਜਾਂ ਬੱਚਾ ਵਾ, ਉਹਦੇ ਲਈ ਇੱਕ ਸਪੇਸ ਕ੍ਰੀਏਟ ਕੀਤੀ ਜਾਵੇ ਜਿਹਦੇ ਵਿੱਚ ਉਹ ਪ੍ਰੋਪਰ ਆਪਣੀ ਨੀਂਦ ਵੀ ਲੈ ਰਹੀ ਆ, ਆਰਾਮ ਵੀ ਕਰ ਰਹੀ ਆ। ਕਿਉਂਕਿ ਆਫਟਰ ਡਿਲੀਵਰੀ ਤੁਹਾਡੀ ਲੁੱਕਸ ਬਹੁਤ ਜ਼ਿਆਦਾ ਚੇਂਜ ਹੋ ਜਾਂਦੀਆਂ ਨੇਗੀਆਂ, ਤਾਂ ਉਹ ਸਾਰੀਆਂ ਚੀਜ਼ਾਂ 'ਚ ਐਡਜਸਟ ਕਰਨ ਲਈ, ਬੱਚੇ ਨਾਲ ਟਾਈਮ ਮੈਨੇਜ ਕਰਨ ਦੇ ਲਈ ਉਹਨੂੰ ਉਨਾ ਟਾਈਮ ਜ਼ਰੂਰ ਦੇਣਾ ਚਾਹੀਦਾ। ਅਤੇ ਉਸ ਤੋਂ ਬਾਅਦ ਜਿਹੜੀਆਂ ਸਾਰੀਆਂ ਚੀਜ਼ਾਂ ਫਾਰਮੈਲਿਟੀਜ਼ ਦੇਖਣ ਦੀਆਂ, ਬੱਚੇ ਨੂੰ ਜਾਂ ਮਦਰ ਨੂੰ ਮਿਲਣ ਦੀਆਂ, ਉਹ ਹੋਣੀਆਂ ਚਾਹੀਦੀਆਂ ਨੇ। ਤੁਸੀਂ ਐਗਜ਼ੈਕਟਲੀ ਇਹ ਚੀਜ਼ ਤਾਂ ਬਹੁਤ ਜ਼ਰੂਰੀ ਹੈ। ਇਹ ਜਿਹੜਾ ਇੱਕ 40 ਦਿਨ ਵਾਲਾ ਸਾਡੇ ਸੂਤਕ ਕਹਿੰਦੇ ਆ ਨਾ ਕਿ ਹੋਣਾ ਚਾਹੀਦਾ, ਮੈਂ ਇਸ ਚੀਜ਼ ਨੂੰ ਸਪੋਰਟ ਕਰਦੀ ਹਾਂ। ਸਪੋਰਟ ਇਨ ਵਾਟ ਸੈਂਸ ਕਿ ਕਿਉਂਕਿ ਉਹ ਜਿਹੜੇ 40 ਦਿਨ ਹੈ, ਅੱਜ ਕੱਲ੍ਹ ਤਾਂ ਉਹ ਚੀਜ਼ ਰਹੀ ਨਹੀਂ। ਮਤਲਬ ਹਰ ਕੋਈ ਆਉਂਦਾ ਡਿਲੀਵਰੀ ਹੁੰਦੇ ਆਈ। ਮੇਰੀ ਛੋਟੀ ਬੇਟੀ ਜਦੋਂ ਪੈਦਾ ਹੋਈ ਸੀ, ਹਲੇ ਉਹ ਲੈ ਕੇ ਮੇਰੇ ਲੈਪ 'ਚ ਉਹਨਾਂ ਨੇ ਦਿੱਤੀ, ਇੱਕ ਤਾਂ ਉਹ ਮੋਟੀ ਮੋਟੀ ਗੋਬਲੂ ਸੀ, ਉਹਦੇ ਚੀਕਸ ਬੜੇ ਰੈਡ ਚੀਕਸ ਸੀਗੇ ਹੈ ਨਾ, ਅਤੇ ਇੱਕ ਹੱਥ ਨਾਲ ਰਸਗੁੱਲੇ ਖਾ ਰਹੇ, ਮਿਠਾਈ ਖਾ ਰਹੇ, ਸਭ ਕੁਝ ਖਾ ਰਹੇ, ਉਹਨੇ ਹੱਥਾਂ ਨਾਲ ਹੀ ਉਹਨੂੰ ਇੱਦਾਂ ਚੀਕਸ ਪ੍ਰੈਸ ਕਰ ਰਹੇ, ਉਹਦੇ ਪੂਰੇ ਚੀਕਸ ਤੇ ਦਾਣੇ ਹੋ ਗਏ। ਬਿਲਕੁਲ। ਇਹ ਦਿਸ ਵਾਸ ਮਾਈ ਐਕਸਪੀਰੀਅੰਸ ਇਨ ਇੰਡੀਆ, ਕਿਉਂਕਿ ਮੇਰੀ ਛੋਟੀ ਬੇਟੀ ਇੰਡੀਆ 'ਚ ਪੈਦਾ ਹੋਈ। ਮੇਰੀ ਵੱਡੀ ਬੇਟੀ ਹੋਈ ਸੀ ਪੈਦਾ ਰਸ਼ੀਆ 'ਚ, ਮੈਂ ਉਦੋਂ ਉੱਥੇ ਪੜ੍ਹਦੀ ਸੀ। ਉੱਥੇ ਦਾ ਮਾਹੌਲ ਟੋਟਲੀ ਡਿਫਰੈਂਟ। 6 ਦਿਨ ਆਫਟਰ ਨਾਰਮਲ ਡਿਲੀਵਰੀ, 6 ਦਿਨ ਉਹਦੇ ਫਾਦਰ ਨੇ ਵੀ ਨਹੀਂ ਸੀ ਉਹਨੂੰ ਦੇਖਿਆ, ਅਲਾਉਡ ਹੀ ਨਹੀਂ ਸੀ, ਦੇयर ਵਾਸ ਨੋ ਐਂਟਰੀ। ਹਸਪੀਟਲ 'ਚ ਕੋਈ ਐਂਟਰ ਨਹੀਂ ਹੋ ਸਕਦਾ। ਤੁਸੀਂ ਬੇਬੀ ਨੂੰ, ਤੁਹਾਨੂੰ ਸੌਣ ਨੂੰ ਵੀ ਦਿੰਦੇ ਹੈ, ਸਟਾਫ ਜਿਹੜੀ ਨਰਸਾਂ ਹੈ ਉਹ ਬੇਬੀ ਨੂੰ ਲੈ ਜਾਂਦੀਆਂ ਆਪਣੇ ਕੋਲ, 2 ਘੰਟੇ ਉਹ ਉੱਥੇ ਨਰਸਰੀ 'ਚ ਰੱਖਦੀਆਂ, ਫਿਰ ਫੀਡ ਦੇ ਟਾਈਮ ਲੈ ਆਉਂਦੀਆਂ। ਅਤੇ ਉਹ ਕਲਚਰ ਮੈਨੂੰ ਇੰਨਾ ਅੱਛਾ ਲੱਗਿਆ। ਸਾਨੂੰ ਸੌਣ ਨੂੰ ਵੀ ਮਿਲਦਾ ਸੀ, ਖਾਣ ਨੂੰ ਵੀ ਮਿਲਦਾ ਸੀ। ਘਰ ਆ ਕੇ ਵੀ ਉਹਨਾਂ ਨੇ ਸਾਨੂੰ ਜਿਹੜਾ ਟ੍ਰੇਨ ਕੀਤਾ ਸੀ ਉਹਨਾਂ ਨੇ, ਅਸੀਂ ਰਹਿੰਦੇ ਤਾਂ ਹੋਸਟਲ ਸੀਗੇ, ਅਤੇ ਹੋਸਟਲ 'ਚ ਓਬਵੀਅਸਲੀ ਬੱਚਿਆਂ ਨੂੰ, ਜਿਹੜੇ ਸਾਡੇ ਫਰੈਂਡਸ ਆ, ਸਭ ਨੂੰ ਹੋ ਰਿਹਾ ਸੀ ਵੀ ਅਸੀਂ ਜਾ ਕੇ ਬੇਬੀ ਦੇਖੀਏ। ਅਤੇ ਉਹਨਾਂ ਨੇ ਸਾਨੂੰ ਇੰਸਟਰਕਟ ਕਰਕੇ ਭੇਜਿਆ ਸੀ ਵੀ ਤੁਸੀਂ ਕਿਸੇ ਨੂੰ ਮਿਲਣ ਨਹੀਂ ਦੇਣਾ, ਅਲਾਓ ਨਹੀਂ ਕਰਨਾ। ਜੇ ਕੋਈ ਬਹੁਤ ਹੀ ਮਿਲਣਾ ਚਾਹੇ, ਸ਼ੂਜ਼ ਬਾਹਰ, ਹੈਂਡ ਸੈਨੀਟਾਈਜ਼, ਮਾਸਕ, ਜੋ ਅਸੀਂ ਅੱਜ ਕਰ ਰਹੇ ਹਾਂ। ਅਤੇ ਅਸੀਂ ਉਸ ਜ਼ਮਾਨੇ ਵਿੱਚ 86 ਦੀ ਗੱਲ ਹੈ, 87 ਦੀ, ਅਤੇ ਮਾਸਕ ਪਾ ਕੇ ਬੇਬੀ ਨੂੰ ਕੋਈ ਟੱਚ ਕਰ ਸਕਦਾ ਸੀ, ਅੰਦਰ ਅਲਾਉਡ ਸੀ ਰੂਮ 'ਚ। ਅਸੀਂ ਇੰਨੇ ਪ੍ਰੀਕਾਸ਼ਨ ਲਏ ਆ ਵੱਡੀ ਬੇਟੀ ਵੇਲੇ। ਅਤੇ ਉਹ ਕਲਚਰ ਉੱਥੇ ਦਾ ਇੱਦਾਂ ਦਾ ਹੈ। ਅਤੇ ਇਟ ਇਜ਼ ਵੈਰੀ ਇੰਪੋਰਟੈਂਟ, ਮਦਰ ਨੂੰ ਸਪੇਸ ਦਿਓ, ਬੱਚੇ ਨਾਲ ਉਹਨੂੰ ਟਾਈਮ ਦਿਓ, ਉਹਦੀ ਬੌਂਡਿੰਗ ਬਹੁਤ ਜ਼ਰੂਰੀ ਹੈ ਬੱਚੇ ਨਾਲ ਉਸ ਟਾਈਮ 'ਤੇ। ਹਰ ਕੋਈ ਰਿਸ਼ਤੇਦਾਰ ਆ ਕੇ ਚੁੱਕ ਕੇ ਲੈ ਜਾਂਦਾ, ਮੈਂ ਗੋਦੀ ਲਿਜਾਣਾ, ਮੈਂ ਜਦੋਂ ਰੋਂਦਾ ਆ ਕੇ ਮਾਂ ਦੀ ਝੋਲੀ 'ਚ ਪਾ ਦਿੰਦਾ, ਦੈਟ ਇਜ਼ ਨਾਟ ਹੈਲਦੀ ਹੈ ਨਾ। ਅਤੇ ਬੱਚਿਆਂ ਨੂੰ ਥੋੜ੍ਹਾ ਜਿਹਾ ਐਟਲੀਸਟ 40 ਡੇਜ਼, ਇਹ ਤਾਂ ਮੈਂ ਵੀ ਮੰਨਦੀ ਹਾਂ ਕਿ 1.25 ਮਹੀਨਾ ਜਿਹੜਾ ਪਰਹੇਜ਼ ਹੈ ਉਹ ਜ਼ਰੂਰੀ ਹੈ। ਬਿਲਕੁਲ। ਇੱਕ ਤੇ ਬੱਚੇ ਦੀ ਚਲੋ ਹਾਈਜੀਨ ਨੂੰ ਲੈ ਕੇ, ਤੇ ਇੱਕ ਮਦਰ ਦੇ ਲਈ ਵੀ ਥੋੜਾ ਉਹਨੂੰ ਟਾਈਮ ਮਿਲ ਜਾਂਦਾ ਹੈ ਐਡਜਸਟ ਹੋਣ ਦੇ ਲਈ, ਆਪਣੇ ਆਪ ਨੂੰ ਵੈਸੇ ਵੀ ਹੈਲਦੀ ਫੀਲ ਕਰਨ ਲੱਗ ਜਾਂਦੀ ਆ 40 ਦਿਨਾਂ ਤੋਂ ਬਾਅਦ। ਇੱਕ ਚੀਜ਼ ਮੈਂ ਹੋਰ ਦੇਖੀ ਹੈ ਵੀ ਜਦੋਂ ਪੋਸਟ ਪ੍ਰੈਗਨੈਂਸੀ ਦੇ ਵਿੱਚ ਜਦੋਂ ਲੇਡੀ ਇੱਕ ਬਰਥ ਦਿੰਦੀ ਆ ਬੱਚੇ ਨੂੰ, ਤਾਂ ਉਸ ਟਾਈਮ 'ਤੇ ਆਪਾਂ ਕਹਿੰਦੇ ਨੇ ਵੀ ਜਿਹਦੇ ਤੋਂ ਉਹਨੂੰ ਸਭ ਤੋਂ ਜ਼ਿਆਦਾ ਮੋਰਲ ਸਪੋਰਟ ਆਉਣੀ ਹੁੰਦੀ ਆ, ਉਹਦਾ ਪਾਰਟਨਰ ਹੁੰਦਾ, ਹਸਬੈਂਡ ਹੁੰਦਾ ਹੈ। ਤਾਂ ਉਹਨਾਂ ਨੂੰ ਅਸੀਂ ਬਿਲਕੁਲ ਸਾਈਡ ਕਰਦੇ ਨੇ, ਜਿਨ੍ਹਾਂ ਨੇ ਪ੍ਰੀ ਪ੍ਰੈਗਨੈਂਸੀ ਦੋਨੋਂ ਇਹ ਸਟੇਜਸ ਦੋਨਾਂ ਇਕੱਠਿਆਂ ਨੇ ਸਭ ਕੁਝ ਪਲਾਨ ਕੀਤਾ ਹੁੰਦਾ, ਸਭ ਕੁਝ ਸੋਚਿਆ ਹੁੰਦਾ ਆ।
ਤਾਂ ਉਹ ਜਦੋਂ ਉਹਨਾਂ ਦਾ ਲਾਈਫ ਦਾ ਸਪੈਸ਼ਲ ਮੂਮੈਂਟ ਹੁੰਦਾ ਤਾਂ ਉਦੋਂ ਕਹਿੰਦੇ ਨੇ ਵੀ ਤੁਸੀਂ ਨਹੀਂ, ਪਰੇ ਤੁਸੀਂ ਜਾਓ। ਦੂਰ ਰਹੋ, ਤੇ ਆਪਣੀ ਇੰਡੀਅਨ ਸਾਡੇ ਭਾਰਤੀ ਲੋਕਾਂ ਦੇ ਵਿੱਚ ਇਹ ਵੀ ਹੈਗਾ ਕਿ ਸਾਡੇ ਜਿਹੜੇ ਮਰਦ ਨੇਗੇ ਉਹ ਇਸ ਚੀਜ਼ ਦੀ ਕੋਸ਼ਿਸ਼ ਵੀ ਨਹੀਂ ਕਰਦੇ ਕਿ ਇਸ ਟਾਈਮ ਮੇਰੀ ਵਾਈਫ ਨੂੰ ਜਾਂ ਮੇਰੇ ਪਾਰਟਨਰ ਨੂੰ ਮੋਰਲ ਸਪੋਰਟ ਦੀ ਜ਼ਰੂਰਤ ਹੋਗੀ ਜਿਹੜੀ ਕਿ ਮੈਂ ਉਹਨੂੰ ਸਭ ਤੋਂ ਜ਼ਿਆਦਾ ਦੇ ਸਕਦਾ ਹਾਂ। ਜਿਵੇਂ ਸ਼ਾਇਦ ਇਹ ਚੀਜ਼ ਸਾਡੇ ਸਿਆਣੇ ਪਹਿਲਾਂ ਵਾਲੇ ਸਮਝਦੇ ਜ਼ਰੂਰ ਹੋਣਗੇ, ਕਿਉਂਕਿ ਜਦੋਂ ਕਿਸੇ ਔਰਤ ਨੇ ਜਨਮ ਦੇਣਾ ਹੁੰਦਾ ਸੀ ਬੱਚੇ ਨੂੰ ਤਾਂ ਉਹਨੂੰ ਪੇਕੇ ਭੇਜ ਦਿੰਦੇ ਸੀ ਵੀ ਉਹ ਆਪਣੇ ਅੰਚ ਰਹੂਗੀ, ਮੋਰਲੀ ਜ਼ਿਆਦਾ ਉਹਨੂੰ ਸਪੋਰਟ ਮਿਲੂਗੀ ਤੇ ਉਹ ਹੈਲਦੀ ਰਹੂਗੀ। ਤਾਂ ਆਪਣੇ ਹੁਣ ਕੀ ਹੋਣ ਲੱਗ ਗਿਆ ਕਿ ਲੇਡੀਜ਼ ਆ ਜਾਂਦੀਆਂ ਨੇਗੀਆਂ, ਸਾਰਾ ਕੁਝ ਉਹ ਮਤਲਬ ਦੇਖਦੀਆਂ ਨੇਗੀਆਂ, ਤਾਂ ਹਸਬੈਂਡ ਕਿਤੇ ਨਾ ਕਿਤੇ ਪਤਾ ਨਹੀਂ ਉਹ ਰਿਸ਼ਤੇਦਾਰ ਭੁਗਤਾ ਰਿਹਾ ਹੁੰਦਾ ਜਾਂ ਸਾਰਿਆਂ ਦੀ ਵਧਾਈਆਂ ਰਿਸੀਵ ਕਰ ਰਿਹਾ ਹੁੰਦਾ। ਮੈਂ ਚਾਹੂੰਗੀ ਕਿ ਇਸ ਚੀਜ਼ ਦੇ ਉੱਪਰ ਤੁਸੀਂ ਜ਼ਰੂਰ ਕੁਝ ਕਹੋ। ਇਹ ਦੇਖੋ ਹੁਣ ਤਾਂ ਜਿਹੜੀ ਮੈਟਰਨਿਟੀ ਲੀਵ ਤਾਂ ਜੌਬਸ ਵਿੱਚ ਮਿਲਦੀ ਹੈ, ਤੇ ਮੈਂ ਉਹਨਾਂ ਪਰਿਵਾਰਾਂ ਦੀ ਗੱਲ ਕਰ ਰਹੀ ਹਾਂ ਜਿੱਥੇ ਜੌਬ ਕਰਦੀਆਂ ਕੁੜੀਆਂ ਹੈ ਨਾ, ਤੇ ਬਾਹਰ ਦੇ ਕੰਟਰੀਜ਼ ਵਿੱਚ ਪੈਟਰਨਿਟੀ ਲੀਵ ਵੀ ਮਿਲਦੀ ਹੈ। ਫਾਦਰ ਇਜ਼ ਆਲਸੋ ਔਨ ਲੀਵ, ਉਹਨੂੰ ਵੀ ਕਹਿੰਦੇ ਤੁਸੀਂ ਘਰ ਰਹੋ, ਦੋਨੇ ਮੀਆਂ ਬੀਵੀ ਬੱਚਾ ਪਾਲੋ। ਤੇ ਇਨਫੈਕਟ ਮੇਰੇ ਨੋਨ ਹੈ ਕੋਈ, ਉਹਨਾਂ ਦਾ USA 'ਚ ਬੱਚਾ ਸੈਕੰਡ ਬੇਬੀ ਹੋਇਆ, ਤੇ ਉਹ ਫਾਦਰ ਵੀ ਪੈਟਰਨਿਟੀ ਲੀਵ ਤੇ, ਜਦੋਂ ਫੋਨ ਕਰੋ ਹਾਲ ਚਾਲ ਪੁੱਛਣ ਲਈ ਉਹ ਬੱਚਾ ਚੁੱਕਿਆ ਹੁੰਦਾ ਹੈ, ਵਾਈਫ ਕੀ ਕਰ ਰਹੀ, ਉਹ ਸੁੱਤੀ ਹੋਈ ਹੈ ਜੀ, ਮੈਂ ਉਹਨੂੰ ਕਿਹਾ ਤੂੰ ਰੈਸਟ ਕਰ, ਮੈਂ ਬੱਚਾ ਸੰਭਾਲ ਰਿਹਾ, ਫੀਡ ਤੋਂ ਬੋਤਲਾਂ ਧੋਣਾ, ਉਹਦਾ ਸਾਰਾ ਨੈਪੀਸ ਧੋਣਾ ਉਹ ਮੁੰਡਾ ਕਰਦਾ। ਤੇ ਇਹ ਕਲਚਰ ਹੋਣਾ ਚਾਹੀਦਾ ਐਕਚੁਅਲੀ। ਬਿਲਕੁਲ। ਹੁਣ ਜਿਵੇਂ ਪਿੰਡਾਂ ਦੀ ਗੱਲ ਕਰੀਏ, ਪਿੰਡਾਂ ਚਲੋ ਜੇ ਵਰਕਿੰਗ ਨਹੀਂ ਵੀ ਹੈ ਲੇਡੀਜ਼, ਘਰ ਹੀ ਰਹਿੰਦੀਆਂ, ਤੇ ਹਸਬੈਂਡ ਨੂੰ ਤਾਂ ਪੂਰਾ ਟਾਈਮ ਨਾਲ ਹੋਣਾ ਚਾਹੀਦਾ, ਕਿਉਂਕਿ ਉਹਦਾ ਬੌਂਡ ਬੱਚੇ ਨਾਲ ਕਿੱਦਾਂ ਬਣੇਗਾ। ਬਿਲਕੁਲ। ਫਾਦਰ ਦੀ ਵੀ ਤਾਂ ਬੌਂਡਿੰਗ ਬਣਨੀ ਜ਼ਰੂਰੀ ਹੈ ਨਾ ਬੇਬੀ ਨਾਲ। ਉਹਨੇ ਇੱਕ ਇੱਕ ਚੀਜ਼ ਜਦੋਂ ਆਪਣੇ ਅੱਖੀ ਦੇਖਣੀ ਹੈ, ਤੇ ਤਾਂ ਹੀ ਉਹਨੂੰ ਪਤਾ ਲੱਗੇਗਾ ਕਿ ਅਸੀਂ ਤਾਂ ਇਹ ਕਹਿੰਦੇ ਆ ਕਿ ਫਾਦਰ ਨੂੰ ਕਲਾਸਿਸ ਜਦੋਂ ਲਗਾਉਂਦੇ ਆ ਮਦਰਸ ਦੀ, ਅਸੀਂ ਕਹਿੰਦੇ ਆ ਫਾਦਰ ਦੀ ਵੀ ਕਲਾਸ ਨਾਲ ਲਗਾਓ, ਉਹ ਵੀ ਅਟੈਂਡ ਕਰਨ, ਉਹ ਵੀ ਸਿੱਖਣ ਬੱਚੇ ਨੂੰ ਕਿੱਦਾਂ ਰੈਪ ਕਰਨਾ ਹੈ, ਉਹਦੀ ਨੈਪੀ ਕਿੱਦਾਂ ਚੇਂਜ ਕਰਨੀ ਹੈ, ਉਹਦੀ ਲੰਗੋਟ ਕਿੱਦਾਂ ਬਣਨਾ ਹੈ, ਉਹਨੂੰ ਨਵਾਉਣਾ ਕਿੱਦਾਂ, ਇਹ ਸਾਰਾ ਫਾਦਰ ਵੀ ਸਿੱਖੇ, ਤਾਂ ਹੀ ਸਪੋਰਟ ਬਣੇਗੀ ਨਾ। ਤੇ ਇਹ ਜ਼ਰੂਰ ਪੇਰੈਂਟਸ ਨੂੰ ਮਤਲਬ ਪਰਿਵਾਰ ਨੂੰ, ਬਾਕੀ ਪਰਿਵਾਰ ਵਾਲਿਆਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਫਾਦਰ ਤੇ ਮਦਰ ਨੂੰ ਬੱਚੇ ਨੂੰ ਇਕੱਠੇ ਰੱਖੋ। ਬਿਲਕੁਲ। ਇਹਦੇ ਨਾਲ ਇੱਕ ਤੇ ਕਿਉਂਕਿ ਜਦੋਂ ਮੈਨੂੰ ਯਾਦ ਆ ਕਿ ਜਦੋਂ ਮੇਰੇ ਪਾਰਟਨਰ ਮੇਰੇ ਆਲੇ ਦੁਆਲੇ ਹੁੰਦੇ ਸੀ ਤਾਂ ਮੈਨੂੰ ਸਾਰੀਆਂ ਚੀਜ਼ਾਂ, ਸਾਰੀ ਪੇਨ ਮੇਰੀ ਬਿਲਕੁਲ ਘੱਟ ਲੱਗਣ ਲੱਗ ਜਾਂਦੀ ਸੀ। ਸ਼ਾਇਦ ਇੱਕ ਜਿਵੇਂ ਜਿਹੜੀਆਂ ਤੁਸੀਂ ਆਪਣੀ ਮਦਰਸ ਤੋਂ ਵਾਈਬਸ ਲੈਂਦੇ ਹੋ, ਸ਼ਾਇਦ ਕਿਤੇ ਨਾ ਕਿਤੇ ਉਸ ਟਾਈਮ ਉਹ ਤੁਹਾਡੇ ਪਾਰਟਨਰ ਤੋਂ ਵੀ ਤੁਹਾਨੂੰ ਮਿਲ ਰਹੀਆਂ ਹੁੰਦੀਆਂ ਨੇ ਕਿ ਜਿਹੜੇ ਕਿ ਤੁਹਾਨੂੰ ਮੋਰਲੀ ਬਹੁਤ ਜ਼ਿਆਦਾ ਸਪੋਰਟ ਕਰਦੀਆਂ ਨੇਗੀਆਂ। ਤੇ ਐਂਡ ਦੇ ਵਿੱਚ ਤੁਸੀਂ ਖਾਸ ਤੌਰ ਤੇ ਕੀ ਕਹਿਣਾ ਚਾਹੋਗੇ ਇੱਕ ਪੂਰੇ ਪ੍ਰੈਗਨੈਂਸੀ ਅਤੇ ਪੋਸਟ ਪ੍ਰੈਗਨੈਂਸੀ ਦੇ ਪੀਰੀਅਡ ਨੂੰ ਲੈ ਕੇ, ਪਲੱਸ ਮੈਂਟਲ ਹੈਲਥ ਨੂੰ ਲੈ ਕੇ? ਇੱਕ ਤਾਂ ਮੈਂ ਉਹੀ ਜਿਵੇਂ ਕਿਹਾ ਕਿ ਪ੍ਰੈਗਨੈਂਸੀ ਲਈ ਪਹਿਲੇ ਆਪਣੇ ਆਪ ਨੂੰ ਤਿਆਰ ਕਰੋ, ਤੇ ਸ਼ੁਰੂ ਤੋਂ ਹੀ ਕਹੋ ਇਹ ਗੱਲ ਆਪਣੇ ਆਪ ਨੂੰ ਕਿ ਮੈਂ ਇੱਕ ਜੀਵ ਨੂੰ ਆਪਣੇ ਅੰਦਰ ਐਕਸੈਪਟ ਕਰਨ ਨੂੰ ਤਿਆਰ ਹਾਂ। ਤੇ ਜਦੋਂ ਤੁਸੀਂ ਤਿਆਰ ਹੋ ਤਾਂ ਹੀ ਅੱਗੇ ਵਧੋ ਟੂ ਹੈਵ ਅ ਬੇਬੀ। ਦੂਸਰੀ ਗੱਲ, ਪ੍ਰੈਗਨੈਂਸੀ ਦੇ ਦੌਰਾਨ ਆਪਣਾ ਸਭ ਕੁਝ ਭੁੱਲ ਕੇ ਆਪਣਾ ਖਾਣ ਪਾਨ, ਨੀਂਦ, ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ। ਗਲਤ ਖਿਆਲ ਨਹੀਂ ਆਉਣੇ ਚਾਹੀਦੇ। ਸੋਸ਼ਲ ਮੀਡੀਆ ਤੋਂ ਦੂਰ ਰਹਿਣਾ, ਕਿਉਂਕਿ ਉਹ ਅਸਰ ਵੀ ਦਿਮਾਗ ਤੇ ਬੱਚਿਆਂ ਤੇ ਪੈਂਦਾ। ਅਸੀਂ ਹਰ ਚੀਜ਼ ਜੋ ਦੇਖਦੇ ਹਾਂ ਜਾਂ ਸੁਣਦੇ ਹਾਂ ਉਹ ਆਪਣੇ ਬੱਚੇ ਤੱਕ ਪਹੁੰਚਦੀ ਹੈ, ਤੇ ਉਹੀ ਉਹਦੀ ਫਿਰ ਮਾਨਸਿਕਤਾ ਬਣ ਜਾਏਗੀ। ਜੇ ਮਤਲਬ ਤੁਸੀਂ ਕ੍ਰਿਮੀਨਲ ਸ਼ੋਜ਼ ਦੇਖੋ, ਮਰਡਰ ਮਿਸਟਰੀਜ਼ ਪੜ੍ਹੋ, ਤੇ ਉਹੀ ਚੀਜ਼ ਬੱਚੇ ਦੇ ਦਿਮਾਗ 'ਚ ਰਹਿੰਦੀ ਹੈ। ਇਹ ਫੈਕਟ ਹੈ, ਇਹ ਮੈਂ ਪਰਸਨਲ ਐਕਸਪੀਰੀਅੰਸ ਵਿੱਚ ਲੋਕਾਂ 'ਚ ਦੇਖਿਆ। ਅੱਛਾ। ਠੀਕ ਹੈ। ਤੇ ਪੋਸਟਮਾਰਟਮ ਜਿਹੜਾ ਡਿਲੀਵਰੀ ਤੋਂ ਬਾਅਦ ਡਿਪਰੈਸ਼ਨ ਬਹੁਤ ਕਾਮਨ ਹੈ, ਤੇ ਉਹ ਤੁਹਾਨੂੰ ਸਾਈਨਸ ਆਪ ਦੇਖਣੇ ਹੈ। ਜੇ ਤੁਹਾਨੂੰ ਮੂਡ ਸਵਿੰਗਸ ਹੋ ਰਹੇ ਹੈ, ਬਹੁਤ ਰੋਣਾ ਆ ਰਿਹਾ ਹੈ, ਐਨਜ਼ਾਈਟੀ ਹੋ ਰਹੀ ਹੈ, ਘਬਰਾਹਟ ਹੋ ਰਹੀ ਹੈ, ਗੁੱਸਾ ਆ ਰਿਹਾ ਹੈ, ਕਦੀ ਕਦੀ ਖਿਆਲ ਆ ਰਿਹਾ ਕਿ ਮੈਂ ਬੱਚਾ ਸੁੱਟ ਦਾਂ, ਮੈਨੂੰ ਕਿਉਂ ਬੱਚਾ ਮੇਰੀ ਜ਼ਿੰਦਗੀ 'ਚ ਆ ਗਿਆ, ਜਾਂ ਆਪਣੇ ਲਈ ਸੁਸਾਈਡਲ ਥਾਟ ਆਉਂਦਾ ਵੀ ਮੈਂ ਹੀ ਮਰ ਜਾ, ਇੱਦਾਂ ਦੇ ਜੇ ਖਿਆਲ ਆਉਂਦੇ ਆ ਤੇ ਇਮੀਡੀਏਟਲੀ ਰਿਪੋਰਟ ਟੂ ਯੋਰ ਡਾਕਟਰ। ਹਸਬੈਂਡ ਨੂੰ ਕਹੋ ਕਿ ਮੈਨੂੰ ਇਹ ਖਿਆਲ ਆ ਰਹੇ ਹੈ ਤੇ ਮੈਨੂੰ ਡਾਕਟਰ ਕੋਲ ਲੈ ਕੇ ਜਾਓ, ਕਿਉਂਕਿ ਫਿਰ ਉਹ ਦਵਾਈਆਂ ਨਾਲ ਬਿਲਕੁਲ ਠੀਕ ਹੋ ਜਾਂਦਾ। ਟੈਂਪਰੇਰੀ ਫੇਜ਼ ਹੈ, ਉਹ ਠੀਕ ਹੋ ਜਾਂਦੀ ਹੈ ਜੇ ਟਾਈਮਲੀ ਉਹਨੂੰ ਦਵਾਈਆਂ ਨਾਲ ਤੇ ਕਾਉਂਸਲਿੰਗ ਨਾਲ ਤੇ ਫੈਮਿਲੀ ਸਪੋਰਟ ਨਾਲ ਦੇਖਿਆ ਜਾਏ। ਪਰ ਜੇ ਉਹਨੂੰ ਡਿਲੇ ਕਰਤਾ ਫਿਰ ਕਈ ਵਾਰੀ ਉਹ 2-3 ਸਾਲ ਵੀ ਪੋਸਟਮਾਰਟਮ ਡਿਪਰੈਸ਼ਨ ਚੱਲ ਸਕਦੀ ਹੈ। ਥੈਂਕ ਯੂ ਸੋ ਮਚ। ਮੈਡੀਟੇਸ਼ਨ ਕਰੋ, ਹਾਂ ਮੈਡੀਟੇਸ਼ਨ ਕਰੋ, ਰੱਬ ਦਾ ਨਾਮ ਲਓ, ਭਰੋਸਾ ਰੱਖੋ ਆਪਣੇ ਆਪ ਤੇ, ਤੇ ਬੱਚੇ ਨੂੰ ਇੰਜ ਰੱਖੋ ਜਿਵੇਂ ਕਿ ਤੁਸੀਂ ਕੋਈ ਤੁਹਾਡਾ ਆਪਣਾ ਅੰਸ਼ ਹੈ, ਤੁਹਾਨੂੰ ਪਤਾ ਉਹ ਤੁਹਾਡਾ ਆਪਣਾ ਅੰਸ਼ ਹੈ। ਤੁਸੀਂ ਜਿਵੇਂ ਆਪਣਾ ਧਿਆਨ ਰੱਖੋਗੇ ਉਵੇਂ ਬੱਚੇ ਦਾ ਧਿਆਨ ਰੱਖੋ।
ਬਿਲਕੁਲ ਥੈਂਕ ਯੂ ਸੋ ਮਚ ਤੁਸੀਂ ਆਪਣੇ ਇੰਨੇ ਬਿਜ਼ੀ ਸਕੇਡਿਊਲ ਦੇ ਵਿੱਚੋਂ ਸਾਨੂੰ ਟਾਈਮ ਦਿੱਤਾ ਥੈਂਕ ਯੂ ਸੋ ਮਚ ਮੈਮ Thank you so ਵੀ much. ਸੋਸ਼ਲ ਨਾਲ ਗੱਲ ਕਰਨ ਲਈ ਥੈਂਕ ਯੂ ਸਤਿ ਸ਼੍ਰੀ ਅਕਾਲ